ਜਾਣਾ ਰਾਮ। ਧੰਨ ਗੁਰਬਾਣੀ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਦਾ ਪਾਵਨ ਪਵਿੱਤਰ ਸ਼ਬਦ, ਜਿਸ ਦਾ ਆਪ ਸੰਗਤਾਂ ਨੇ ਪਾਠ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 780 ਅੰਗ ਤੇ ਸੁਭਾਇਮਾਨ। ਇਹ ਜੋ ਸਾਡਾ ਸਰੀਰ ਹੈ, ਇਸ ਦੀਆਂ ਕੁਝ ਕਿਰਿਆਵਾਂ ਨੇ ਜੋ ਸਾਡੇ ਸਰੀਰ ਦੇ ਅੰਦਰ ਹੋ ਰਹੀਆਂ ਹਨ। ਸਵਾਸ ਚੱਲ ਰਹੇ ਨੇ, ਦਿਲ ਧੜਕ ਰਿਹਾ ਹੈ, ਖੂਨ ਨਸਾਂ ਦੇ ਵਿੱਚ ਦੌਰਾ ਕਰ ਰਿਹਾ ਹੈ, ਸਾਡੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਵਿਚਾਰ ਚੱਲ ਰਹੀ ਹੈ। ਸਰੀਰ ਦੇ ਅੰਦਰ ਪਾਚਨ ਕਿਰਿਆ ਜਿਹੜੀ ਇਹ ਹੋ ਰਹੀ ਹੈ। ਸਰੀਰ ਦੀ ਸਫਾਈ ਵੀ ਜਿਹੜੀ ਹੈ ਉਹ ਵੀ ਸਮੇਂ ਸਮੇਂ ਦੇ ਨਾਲ ਹੋ ਰਹੀ ਹੈ। ਇਹ ਕਿਰਿਆਵਾਂ ਨੇ, ਇਹ ਹੋ ਰਹੀਆਂ ਨੇ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਇੱਕ ਕਿਰਿਆ ਹੋ ਰਹੀ ਹੈ ਜਿਸ ਨੂੰ ਫਿਤਰਤ ਆਖਿਆ ਜਾਂਦਾ ਹੈ। ਇਹ ਫਿਤਰਤ ਦਾ ਅਰਥ ਹੈ ਮਨੁੱਖ ਦਾ ਝੁਕਾਓ। ਮਨੁੱਖ ਦੇ ਅੰਦਰ ਦਾ ਜਿਹੜਾ ਝੁਕਾਓ ਹੈ, ਮਨੁੱਖ ਦੇ ਅੰਦਰ ਦੀ ਜਿਹੜੀ ਫਿਤਰਤ ਹੈ ਉਹ ਕਿਹੜੇ ਪਾਸੇ ਝੁਕੀ ਹੋਈ ਹੈ, ਕਿਹੜੇ ਪਾਸੇ ਝੁਕਾਓ ਹੈ। ਜੇ ਮਨੁੱਖ ਦੇ ਅੰਦਰ ਦਾ ਝੁਕਾਓ ਲਾਲਚ ਵਾਲਾ ਹੈ ਤੇ ਉਹ ਮਨੁੱਖ ਜਿਹੜਾ ਉਹ ਲੋਭੀ ਹੈ, ਲਾਲਚੀ ਹੈ। ਇਸੇ ਤਰ੍ਹਾਂ ਹੋਰ ਬੁਰਾਈਆਂ ਨੇ। ਜੇ ਮਨੁੱਖ ਆਪਣੇ ਅੰਦਰ ਇਹਨਾਂ ਬੁਰਾਈਆਂ ਦੇ ਵਾਲੇ ਪਾਸੇ ਝੁਕਿਆ ਹੋਇਆ ਹੈ ਤੇ ਫਿਰ ਇਹ ਮਨੁੱਖ ਜਿਹੜਾ ਇਹ ਉਸ ਝੁਕਾਅ ਦੇ ਅਨੁਸਾਰ ਹੀ ਆਪਣਾ ਜੀਵਨ ਹੈ ਜਿਹੜਾ ਇਹ ਜਿਉ ਰਿਹਾ ਹੈ। ਸਾਡਾ ਇਹ ਝੁਕਾਅ ਜਿਹੜਾ ਇਹਦੇ ਤੇ ਕੰਟਰੋਲ ਹੋ ਜਾਵੇ, ਇਹ ਝੁਕਾਅ ਜਿਹੜਾ ਇਹ ਠੀਕ ਹੋ ਜਾਵੇ, ਇਸ ਦੇ ਲਈ ਅਸੀਂ ਧੰਨ ਗੁਰਬਾਣੀ ਦੀਆਂ ਕਥਾ ਵਿਚਾਰਾਂ ਸਰਵਣ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ ਤੇ ਨਾਮ ਜਪਦੇ ਹਾਂ। ਇੱਕ ਸਮਾਂ ਹੁੰਦਾ ਸੀ ਸਾਡੇ ਕੋਲ ਤੱਕੜੀਆਂ ਹੋਇਆ ਕਰਦੀਆਂ ਸਨ, ਉਹਨਾਂ ਦੀਆਂ ਡੰਡੀਆਂ ਲੱਕੜ ਦੀਆਂ ਨੇ। ਅੱਜ ਕੱਲ੍ਹ ਵੀ ਕਈ ਘਰਾਂ ਦੇ ਵਿੱਚ ਇਹ ਮਿਲ ਜਾਣਗੀਆਂ। ਲੋਹੇ ਦੀਆਂ ਡੰਡੀਆਂ ਬਾਅਦ ਵਿੱਚ ਆਈਆਂ ਨੇ। ਇਹ ਲੱਕੜ ਦੀ ਡੰਡੀ ਜਿਹੜੀ ਸੀ, ਕਈ ਵਾਰੀ ਇਹਦਾ ਬੈਲੈਂਸ ਕਰਦਿਆਂ ਹੋਇਆ ਮਿਸਤਰੀ ਤੋਂ ਉਹ ਚੁੱਕ ਹੋ ਜਾਂਦੀ ਤੇ ਇਹ ਫਿਰ ਥੋੜ੍ਹਾ ਜਿਹਾ ਇੱਕ ਪਾਸੇ ਝੁਕ ਜਾਂਦੀ। ਦੂਜੇ ਪਾਸੇ ਫਿਰ ਥੋੜ੍ਹਾ ਜਿਹਾ ਵਜਨ ਸੀ ਜਿਹੜਾ ਉਹ ਤੋਲਣ ਵਾਲੇ ਨੂੰ ਬੰਨ੍ਹਣਾ ਪੈਂਦਾ, ਜਾਂ ਜਿਹੜੇ ਛਾਬੇ ਹੁੰਦੇ ਸਨ ਉਹ ਭਾਰੇ ਹੌਲੇ ਹੁੰਦੇ ਤਾਂ ਇੱਕ ਪਾਸੇ ਝੁਕਾਅ ਹੁੰਦਾ। ਜਿਹੜੀਆਂ ਰੱਸੀਆਂ ਪਾਈਆਂ ਜਾਂਦੀਆਂ ਸਨ ਇਹਨਾਂ ਛਾਬਿਆਂ ਨੂੰ ਡੰਡੇ ਦੇ ਨਾਲ ਜੋੜਨ ਦੇ ਲਈ, ਉਹ ਰੱਸੀਆਂ ਦਾ ਵਜਨ ਵੱਧ ਘੱਟ ਹੋਣ ਕਰਕੇ ਥੋੜ੍ਹਾ ਬਹੁਤ ਝੁਕਾਅ ਸੀ ਜਿਹੜਾ ਉਹ ਇੱਕ ਪਾਸੇ ਹੁੰਦਾ। ਇਹ ਝੁਕਾਅ ਨੂੰ ਕੰਟਰੋਲ ਕਰਨ ਦੇ ਲਈ ਉਹਦੇ ਨਾਲ ਇੱਕ ਕੋਈ ਛੋਟੀ ਜਿਹੀ ਚੀਜ਼ ਬੰਨ੍ਹੀ ਜਾਂਦੀ ਜਿਹਨੂੰ ਪਾਸਕੂ ਆਖਿਆ ਜਾਂਦਾ ਸੀ। ਬੋਲੀ ਦਾ ਫਰਕ ਹੋ ਸਕਦਾ ਹੈ, ਇਸ ਵਾਸਤੇ ਮੈਂ ਪੂਰੀ ਗੱਲ ਜਿਹੜੀ ਇਹ ਪਹਿਲੋਂ ਦੱਸ ਦਿੰਦਾ ਕਿ ਨਾਂ ਦਾ ਪਤਾ ਲੱਗੇ ਨਾ ਲੱਗੇ, ਆਪ ਨੂੰ ਇਹ ਜ਼ਰੂਰ ਪਤਾ ਲੱਗ ਜਾਏਗਾ ਵੀ ਡੰਡੀ ਦੇ ਨਾਲ ਕੁਝ ਬੰਨ੍ਹਿਆ ਜਾਂਦਾ ਸੀ ਜਿਹਨੂੰ ਪਾਸਕੂ ਆਖਦੇ ਨੇ। ਇੱਥੇ ਮੈਨੂੰ ਇੱਕ ਥੋੜ੍ਹਾ ਜਿਹਾ ਸੰਸਾਰਿਕ ਗੱਲ ਵੀ ਯਾਦ ਆ ਗਈ ਹੈ, ਉਹ ਵੀ ਮੈਂ ਦੱਸ ਕੇ ਅੱਗੇ ਚੱਲਾਂਗਾ। ਇੱਕ ਕੋਈ ਜ਼ਿਮੀਂਦਾਰ ਸੀ, ਚੰਗੀ ਖੇਤੀ ਕਰਦਾ ਸੀ। ਇਹਨੇ ਵੇਖਿਆ ਵੀ ਮੈਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਪਾ ਹੁੰਨਾ ਤੇ ਫਿਰ ਕਿਤੇ 4 ਮਣ ਦਾਣੇ ਹੁੰਦੇ ਨੇ ਤੇ ਬਾਣੀਆ ਜਿਹੜਾ ਦੁਕਾਨ ਦੇ ਵਿੱਚ ਮੌਜ ਦੇ ਨਾਲ ਬੈਠਾ ਹੋਇਆ, ਠੰਡ ਦੇ ਵਿੱਚ, ਛਾਂ ਦੇ ਵਿੱਚ ਤੇ ਚੰਗੀ ਕਮਾਈ ਕਰ ਲੈਂਦਾ ਹੈ। ਆਪਾਂ ਵੀ ਕਿਉਂ ਨਾ ਦੁਕਾਨ ਖੋਲ੍ਹ ਲਈਏ, ਦੁਕਾਨ ਪਾ ਲਈਏ। ਇਹਨੇ ਵੀ ਦੁਕਾਨ ਪਾ ਲਈਏ ਬਾਣੀਏ ਦੀ ਤਰ੍ਹਾਂ ਵੇਖ ਕੇ। ਹੁਣ ਇਹਨੇ ਦੁਕਾਨ ਪਾਈਏ, ਕਈ ਦਿਨ ਦੁਕਾਨ ਚੱਲੀਏ ਤੇ ਆਣ ਕੇ ਬਾਣੀਏ ਨੂੰ ਪੁੱਛਦਾ, ਕਹਿੰਦਾ ਹੈ ਦੁਕਾਨ ਤਾਂ ਪਾਈਏ ਪਰ ਕੋਈ ਖਾਸ ਲਾਭ ਨਹੀਂ ਹੁੰਦਾ, ਖੇਤੀ ਜਿੰਨੀ ਕਮਾਈ ਨਹੀਂ ਹੈਗੀ, ਆਮਦਨ ਨਹੀਂ ਹੈਗੀ, ਮੈਨੂੰ ਨੁਕਤਾ ਦੱਸ। ਤੇ ਬਾਣੀਏ ਦੇ ਜਿਹੜਾ ਝੁਕਾਅ ਸੀ ਨਾ ਅੰਦਰ ਦਾ, ਉਹ ਇਹ ਸੀ ਵੀ ਇਹ ਜੱਟ ਦੀ ਦੁਕਾਨ ਫੇਲ ਹੋ ਜਾਵੇ। ਬਾਣੀਏ ਦੇ ਅੰਦਰ ਦਾ ਜਿਹੜਾ ਝੁਕਾਅ ਸੀ ਨਾ, ਜਿਹੜੀ ਬਾਣੀਏ ਦੀ ਫਿਤਰਤ ਸੀ ਵੀ ਮੈਂ ਅੱਗੇ ਇਕੱਲਾ ਸਾਂ, ਹੁਣ ਇਹ ਨਾਲ ਜਿਹੜਾ ਹੈ ਸ਼ਰੀਕ ਬਣ ਗਏ ਤੇ ਇਹਦੀ ਦੁਕਾਨ ਕਿਉਂ ਨਾ ਬੰਦ ਕਰਾਈ ਜਾਵੇ ਕਿਸੇ ਨਾ ਕਿਸੇ ਤਰੀਕੇ ਤੇ। ਹੁਣ ਬਾਣੀਆ ਚਾਹੁੰਦਾ ਸੀ ਤੇ ਜੱਟ ਗਿਆ ਚਲਾ।
ਕਹਿੰਦਾ ਇਸ ਤਰ੍ਹਾਂ ਕਰ, ਫਿਰ ਇੱਕ ਪਾਸੇ ਪਾਸਕੂ ਬੰਨ ਲਾ। ਜਦੋਂ ਕੋਈ ਦਾਣੇ ਲੈ ਕੇ ਆਇਆ ਕਰੇ ਨਾ, ਪੈਸੇ ਤਾਂ ਹੁਣ ਚੱਲੇ ਨਹੀਂ, ਪਹਿਲੋਂ ਸੌਦਾ ਲੈਣ ਵਾਸਤੇ ਘਰੋਂ ਦਾਣੇ ਲਿਜਾਇਆ ਕਰਦੇ ਸਨ ਲੋਕੀ, ਪੈਸੇ ਹੀ ਨਹੀਂ ਹੋਇਆ ਕਰਦੇ ਸਨ। ਕਹਿੰਦਾ ਜਦੋਂ ਉਹ ਦਾਣੇ ਲੈਣ ਵਾਸਤੇ ਦਾਣੇ ਲੈ ਕੇ ਆਇਆ ਕਰੇ ਨਾ, ਉਦੋਂ ਜਿਹੜੇ ਵੱਟੇ ਨੇ ਨਾ ਤੋਲਣ ਵਾਲੇ, ਉਹ ਪਾਸਕੂ ਵਾਲੇ ਪਾਸੇ ਪਾ ਲਿਆ ਕਰ। ਅਤੇ ਜਦੋਂ ਉਹਨਾਂ ਦਾਣਿਆਂ ਦੇ ਬਦਲੇ ਸਮਾਨ ਦੇਣਾ ਹੋਵੇ ਨਾ, ਉਦੋਂ ਵੱਟੇ ਦੂਜੇ ਪਾਸੇ ਪਾ ਲਿਆ ਕਰ, ਅਤੇ ਆਮਦਨੀ ਆਮਦਨੀ। ਹੁਣ ਜੱਟ ਨੂੰ ਉਹਨੇ ਪਾਸਕੂ ਦੱਸਿਆ, ਅਤੇ ਜੱਟ ਦਾ ਕੰਮ ਇਸ ਤਰ੍ਹਾਂ ਦਾ ਹੀ ਹੁੰਦਾ। ਇਹਨੇ ਕੀ ਕੀਤਾ, ਪਾਈਆ ਦਾ ਵੱਟਾ ਬੰਨ੍ਹ ਦਿੱਤਾ ਹੈ। ਕੋਈ ਮਾਈ ਵਿਚਾਰੀ ਦਾਣੇ ਲੈ ਕੇ ਆਈ ਹੈ, ਅਤੇ ਉਹਨੇ ਦਾਣੇ ਪਾ ਦਿੱਤੇ ਨੇ, ਅਤੇ ਜੱਟ ਕਹਿੰਦਾ ਹੋਰ ਲੈ ਕੇ ਆ। ਮਾਈ ਕਹਿੰਦੀ ਕਿਉਂ ਭਾਈ, ਹੋਰ ਕਿਉਂ ਲਵਾਂ? ਕਹਿੰਦਾ ਮੇਰਾ ਤਾਂ ਅਜੇ ਪਾਸਕੂ ਹੀ ਨਹੀਂ ਪੂਰਾ ਹੋਇਆ, ਮੇਰਾ ਤਾਂ ਅਜੇ ਪਾਸਕੂ ਨਹੀਂ ਪੂਰਾ ਹੋਇਆ, ਮੇਰਾ ਪਹਿਲੋਂ ਪਾਸਕੂ ਪੂਰਾ ਕਰ, ਫਿਰ ਜਿਹੜੇ ਦਾਣੇ ਵਧਣਗੇ। ਜੱਟ ਦੀ ਦੁਕਾਨ ਫੇਲ ਹੋ ਗਈ ਵੀ ਜੱਟ ਨੇ ਤਾਂ ਵੱਟਾਂ ਨਾਲ ਬੰਨ ਰਿਹਾ, ਪਹਿਲੋਂ ਕਹਿੰਦਾ ਇਹ ਪੂਰਾ ਕਰੋ, ਫਿਰ ਕਿੰਨੇ ਜਾਣਾ ਸੀ, ਕਿਉਂਕਿ ਪਾਣੀ ਦਾ ਝੁਕਾਅ ਸੀ। ਉਹਨੇ ਆਪਣੇ ਝੁਕਾਅ ਦੇ ਅਨੁਸਾਰ ਜੱਟ ਦੀ ਦੁਕਾਨ ਫੇਲ ਕਰ ਦਿੱਤੀ। ਇਹ ਨਾਲ ਗੱਲ ਜੁੜਦੀ ਸੀ ਤਾਂ ਮੈਂ ਸੁਣਾ ਦਿੱਤੀ ਹੈ। ਬਸ ਇਹੀ ਸਿੱਖਿਆ ਲੈਣੀ ਹੈ ਵੀ ਪਹਿਲੋਂ ਸਾਨੂੰ ਅਗਲੇ ਦੇ ਅੰਦਰ ਦਾ ਝੁਕਾਅ ਵੇਖਣਾ ਪੈਣਾ ਹੈ ਵੀ ਕਿੱਧਰ ਨੂੰ ਇਹ ਝੁਕਿਆ ਹੋਇਆ, ਸਾਡੇ ਨਾਲ ਦਾ ਜਾਂ ਸਾਡਾ ਵਿਰੋਧੀ ਹੈ। ਰੋਹ ਵਿਚਾਰ, ਮਨੁੱਖ ਦੇ ਅੰਦਰ ਦੀਆਂ ਸਰੀਰਕ ਕਿਰਿਆਵਾਂ ਹੋ ਰਹੀਆਂ ਨੇ। ਸਵਾਸ, ਦਿਲ ਧੜਕ ਰਿਹਾ ਹੈ, ਦਿਮਾਗ ਸੋਚ ਰਿਹਾ ਹੈ, ਪਾਚਨ ਕਿਰਿਆ ਚੱਲ ਰਹੀ ਹੈ, ਹੋਰ ਵੀ ਕਈ ਕਿਰਿਆਵਾਂ ਹੋ ਰਹੀਆਂ ਨੇ। ਇਹ ਕੰਟੀਨਿਊਸ ਨਿਰੰਤਰ ਇੱਕ ਰਸ ਚੱਲ ਰਹੀਆਂ ਨੇ। ਇਹ ਸਾਰੀਆਂ ਕਿਰਿਆਵਾਂ ਜਿਹੜੀਆਂ ਨੇ, ਇਹਨਾਂ ਨੂੰ ਵਧਾਇਆ ਅਤੇ ਘਟਾਇਆ ਵੀ ਜਾ ਸਕਦਾ ਹੈ। ਸਵਾਸ ਨੇ ਇੱਕ ਰਸ ਚੱਲ ਰਹੇ ਨੇ, ਇਹਨਾਂ ਨੂੰ ਜੇ ਅਸੀਂ ਚਾਹੀਏ ਤਾਂ ਵਧਾ ਵੀ ਅਤੇ ਘਟਾ ਵੀ ਸਕਦੇ ਹਾਂ। ਇਹਦਾ ਮਤਲਬ ਇਹ ਨਹੀਂ ਵੀ ਗਿਣਤੀ ਨਹੀਂ, ਗਿਣਤੀ ਓਨੀ ਰਹੇਗੀ ਜੋ ਪਰਮਾਤਮਾ ਦੇ ਰੱਖੀ ਹੈ। ਇਹਨਾਂ ਦੀ ਜਿਹੜੀ ਕਿਰਿਆ ਹੈ ਨਾ, ਇਹਦੇ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਜਿੱਥੇ ਅਸੀਂ 1 ਮਿੰਟ ਦੇ ਵਿੱਚ 4 ਸਵਾਸ ਲੈਂਦੇ, ਉੱਥੇ 2 ਜਾਂ 1 ਵੀ ਲੈ ਸਕਦੇ ਹਾਂ। ਉਹਦੇ ਲਈ ਕਰਨਾ ਕੀ ਪਏਗਾ, ਕੁੰਭਕ, ਰੇਚਕ ਅਤੇ ਪੂਰਕ, ਇਹ ਕਿਰਿਆ ਹੈ। ਇਹ ਕਿਰਿਆ ਕਰਨੀ ਪੈਗੀ, ਹੌਲੀ ਹੌਲੀ ਜਾਚ ਆ ਜਾਏਗੀ। ਇਹੀ ਕਿਰਿਆ ਸਾਧੂ ਸੰਤ ਕਰਕੇ ਜਿਹੜੇ ਨਾਥ ਸਨ, ਗੋਰਖਨਾਥ ਦੇ ਚੇਲੇ ਆਦਿਕ, ਇਹ ਆਪਣੀ ਉਮਰ ਲੰਬੀ ਕਰ ਲਿਆ ਕਰਦੇ ਸਨ, ਕਿਉਂਕਿ ਪਰਮਾਤਮਾ ਵੱਲੋਂ ਮਿਲੀ ਸਵਾਸਾਂ ਦੀ ਜਿਹੜੀ ਪੂੰਜੀ ਹੈ, ਉਹਨੂੰ ਖਰਚ ਨਹੀਂ ਹੋਣ ਦੇਣਾ ਅਤੇ ਉਮਰ ਲੰਬੀ ਹੋ ਜਾਣੀ ਹੈ। ਇਸੇ ਤਰ੍ਹਾਂ ਸਾਡੀ ਪਾਚਨ ਕਿਰਿਆ ਜਿਹੜੀ, ਇਹਨੂੰ ਵੀ ਵਧਾਇਆ ਅਤੇ ਘਟਾਇਆ ਜਾ ਸਕਦਾ ਹੈ। ਜਿਤਨਾ ਮਰਜ਼ੀ ਵਧਾ ਲਓ ਅਤੇ ਜਿਤਨਾ ਮਰਜ਼ੀ ਘਟਾ ਲਓ, ਭੁੱਖ ਦਾ ਕੋਈ ਅੰਤ ਨਹੀਂ ਹੈਗਾ। ਨੀਂਦ ਅਤੇ ਭੁੱਖ ਜਿਹੜੀ, ਇਹ ਸਾਡੀ ਇੱਛਾ ਅਨੁਸਾਰ ਹੈ। ਕੰਟਰੋਲ ਕਰ ਲਓ, ਘਟ ਜਾਏਗੀ, ਨਾ ਕੰਟਰੋਲ ਕਰੋ, ਵੱਧ ਜਾਏਗੀ। ਸੋ ਇਸੇ ਤਰ੍ਹਾਂ ਸਾਡਾ ਮਨ ਦਾ ਝੁਕਾਅ ਹੈ। ਇਹ ਝੁਕਾਅ ਜਿਹੜਾ ਹੈ, ਇਹਨੂੰ ਅਸੀਂ ਰੋਕਣਾ ਹੈ, ਇਹਦੇ 'ਤੇ ਕੰਟਰੋਲ ਕਰਨਾ ਹੈ। ਇਸ ਦੇ ਲਈ ਸਾਡਾ ਗੁਰਬਾਣੀ ਸਾਥ ਦੇ ਰਹੀ ਹੈ। ਗੁਰੂ ਮਹਾਰਾਜ ਜੀ ਸਾਨੂੰ ਸਿੱਖਿਆ ਦੇ ਰਹੇ ਨੇ। ਗੁਰਬਾਣੀ ਸਾਨੂੰ ਦੱਸ ਰਹੀ ਹੈ ਵੀ ਗੁਰਮੁਖ ਪਿਆਰਿਆ, ਵੇਖ ਤੇਰੇ ਅੰਦਰ ਦਾ ਝੁਕਾਅ ਜਿਹੜਾ, ਉਹ ਕਿਹੜੇ ਪਾਸੇ ਹੈ, ਤੂੰ ਝੁਕਿਆ ਕਿੱਧਰ ਹੈ। ਸਾਨੂੰ ਸੁਚੇਤ ਕਰਦੀ ਹੈ ਗੁਰਬਾਣੀ। ਤੇਰੀ ਫਿਤਰਤ ਕੀ ਹੈ, ਤੇਰਾ ਸੁਭਾਅ ਕੀ ਹੈ। ਜਦੋਂ ਤੱਕ ਤੇਰੀ ਫਿਤਰਤ, ਤੇਰਾ ਝੁਕਾਅ ਕੰਟਰੋਲ ਦੇ ਵਿੱਚ ਨਹੀਂ, ਉਦੋਂ ਤੱਕ ਤੂੰ ਗਿਆਨ ਦੀ ਪ੍ਰਾਪਤੀ ਨਹੀਂ ਕਰੇਗਾ। ਇਸ ਤਰ੍ਹਾਂ ਮੰਨ ਲਓ ਵੀ ਤੱਕੜੀ ਦਾ ਜਿਹੜਾ ਇੱਕ ਪਾਸਾ ਝੁਕਿਆ, ਸਾਡੇ ਮਨ ਵੀ ਇੱਕ ਤੱਕੜੀ ਹੈ, ਇੱਕ ਛਾਬਾ, ਇੱਕ ਪਲੜਾ ਝੁਕਿਆ ਹੈ, ਅਤੇ ਦੂਜੇ ਪਾਸੇ ਗੁਰਬਾਣੀ ਜਿਹੜੀ, ਇਹਦਾ ਪਾਸਕੂ ਬੰਨਣਾ ਹੈ। ਅਤੇ ਜੇ ਝੁਕਾਅ ਉਸ ਪ੍ਰਭੂ ਪਰਮਾਤਮਾ ਵਾਲੇ ਪਾਸੇ ਹੋ ਜੇ, ਅਤੇ ਫਿਰ ਸਾਨੂੰ ਪਾਸਕੂ ਬੰਨਣ ਦੀ ਲੋੜ ਹੀ ਨਹੀਂ। ਫਿਰ ਮਨ ਜਿਹੜਾ ਇੱਧਰ ਝੁਕਿਆ ਰਹਿੰਦਾ। ਹੁਣ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਸਾਜਨ ਪੁਰਖ ਸਤਿਗੁਰ ਮੇਰਾ ਪੂਰਾ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਸਾਡਾ ਜਿਹੜਾ ਅੰਦਰ ਦਾ ਝੁਕਾਅ ਬਣਿਆ ਹੋਇਆ ਨਾ, ਉਹ ਉਸ ਪ੍ਰਭੂ ਪਰਮਾਤਮਾ ਰੂਪ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਾਲੇ ਪਾਸੇ ਬਣਿਆ ਹੈ। ਅਸੀਂ ਸਦਾ ਇੱਧਰ ਹੀ ਝੁਕੇ ਰਹਿੰਦੇ ਹਾਂ। ਇਹ ਮਨੁੱਖ ਦੀ ਫਿਤਰਤ ਹੈ। ਜਦੋਂ ਸਾਨੂੰ ਇਸ ਦੀ ਸਮਝ ਆ ਗਈ ਤੇ ਆਪ ਜੀ ਦੀ ਕਥਾ ਸੁਣੀ ਹੋਈ ਸਫਲ ਹੋ ਗਈ, ਤੇ ਦਾਸ ਦੀ ਸੁਣਾਈ ਹੋਈ ਸਫਲ ਹੋ ਗਈ। ਮੈਂ ਵੀ ਤੁਹਾਡੇ ਵਰਗਾ ਅੱਖਰੀ ਗਿਆਨ ਹੈ ਮੇਰੇ ਕੋਲੇ। ਅੱਗੇ ਵੀ ਇੱਕ ਦਿਨ ਕਈ ਵਾਰੀ ਬੇਨਤੀ ਕੀਤੀ, ਔਰ ਮੇਰੇ ਪੱਲੇ ਕੱਖ ਨਹੀਂ, ਸਿਰਫ ਅੱਖਰੀ ਗਿਆਨ ਹੈ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨ ਜਾਣਾ ਰਾਮ।
उस सच्चे सतगुर तो बिना मैं होर किसी नूं जाणदा ही नहीं। हुण मैं कह देवां भी मैं गुरु तो बिना किसी नूं जाणदा ही नहीं, ਤੇ ਤੁਸੀਂ ਮੈਨੂੰ ਆਖੋਗੇ ਵੀ ਤੁਸੀਂ ਬੱਚਿਆਂ ਦੇ ਨਾਂ ਕਿਵੇਂ ਲੈਂਦੇ ਹੋ, ਸਾਡੇ ਨਾਂ ਕਿਵੇਂ ਜਾਣਦੇ ਹੋ ਜੇ ਜਾਣਦੇ ਹੀ ਨਹੀਂ ਤਾਂ। ਇਹਦਾ ਅਰਥ ਇਹੀ ਹੈ, ਜਿਹੜੀ ਦਾਸ ਨੇ ਥੋੜ੍ਹੀ ਖੇਚਲਾ ਕੀਤੀ ਹੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਡਾ ਝੁਕਾਅ ਧੰਨ ਗੁਰੂ ਰਾਮਦਾਸ ਜੀ ਦੇ ਵਾਲੇ ਪਾਸੇ ਹੈ। ਤਿਸ ਬਿਨ ਅਵਰ ਨਾ ਜਾਣਾ ਰਾਮ। ਹੁਣ ਇੱਥੇ ਨਹੀਂ ਸਮਝ ਲੈਣਾ ਵੀ ਗੁਰੂ ਅਰਜਨ ਦੇਵ ਜੀ ਇਹ ਕਹਿ ਰਹੇ ਨੇ ਵੀ ਗੁਰੂ ਰਾਮਦਾਸ ਜੀ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਜਾਣਦੇ ਨਹੀਂ। ਬਾਬਾ ਪ੍ਰੀਤੀ ਜੀ ਇਹਨਾਂ ਦੇ ਭਰਾ ਸਨ, ਕੀ ਨਹੀਂ ਸਨ ਜਾਣਦੇ ਸਨ। ਗੱਲ ਸਮਝਦੀ ਤੇ ਸਮਝਾਉਣ ਦੀ ਹੈ। ਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਵੀ ਸਾਡੇ ਅੰਦਰ ਦਾ ਜਿਹੜਾ ਝੁਕਾਅ ਹੈ ਨਾ, ਉਹ ਧੰਨ ਗੁਰੂ ਰਾਮਦਾਸ ਜੀ ਸੱਚੇ ਸਤਿਗੁਰ ਦੇ ਚਰਨਾਂ ਵਾਲੇ ਪਾਸੇ ਹੈ। ਅਸੀਂ ਆਪਣੇ ਮਨ ਦੀ ਜਿਹੜੀ ਫਿਤਰਤ ਹੈ ਉਹ ਇਹ ਬਣਾ ਰੱਖੀਏ ਵੀ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ ਹੈ। ਹੋਰ ਜੋ ਵੀ ਹੋਈ ਜਾਂਦਾ ਹੋਈ ਜਾਵੇ, ਸਾਨੂੰ ਕੋਈ ਪਰਵਾਹ ਨਹੀਂ। ਜੋ ਕੁਝ ਹੋਈ ਜਾਂਦਾ ਹੋਈ ਜਾਣ ਦਿਓ, ਸਾਨੂੰ ਕੋਈ ਪਰਵਾਹ ਨਹੀਂ। ਪਰ ਸਾਡਾ ਜਿਹੜਾ ਅੰਦਰ ਦਾ ਝੁਕਾਅ ਹੈ, ਅੰਦਰ ਦੀ ਜਿਹੜੀ ਫਿਤਰਤ ਹੈ, ਉਹ ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੈ। ਇੱਥੇ ਇੱਕ ਥੋੜ੍ਹਾ ਜਿਹਾ ਵਿਧੀ ਦਾ ਵਿਧਾਨ ਹੈ, ਮੈਂ ਉਹ ਵੀ ਆਪ ਜੀ ਦੀ ਸੇਵਾ ਵਿੱਚ ਕਰ ਦੇਵਾਂ। ਫਿਤਰਤ ਕੇਵਲ ਮਨੁੱਖ ਦੇ ਅੰਦਰ ਨਹੀਂ, ਪਸ਼ੂ ਪੰਖੀਆਂ ਦੇ ਅੰਦਰ ਵੀ ਹੈ। ਕੁੱਤੇ ਦੀ ਫਿਤਰਤ ਹੈ, ਇਹ ਜਦੋਂ ਪੂਰਾ ਜ਼ੋਰਾਵਰ ਹੋਏਗਾ, ਇਹਦੀ ਪੂਛ ਜਿਹੜੀ ਹੈ ਨਾ, ਉਹਦੇ 'ਚ ਬਲ ਹੋਏਗਾ। ਸੂਰਜ ਜਿਹੜਾ ਸਭ ਤੋਂ ਤਾਕਤਵਰ ਉਹ ਮੰਨਿਆ ਜਾਂਦਾ, ਜਿਹਦੀ ਪੂਛ ਦੇ ਵਿੱਚ 7 ਵਲਾਵੇਂ ਪੈਣ। ਸੂਰਜ ਜਿਹੜਾ ਹੈ ਸਭ ਤੋਂ ਤਾਕਤਵਰ ਉਹ ਹੈ, ਉਸ ਸੂਰ ਨੂੰ ਸਭ ਤੋਂ ਬਲਵਾਨ ਮੰਨਿਆ ਜਾਂਦਾ, ਜਿਹਦੀ ਪੂਛ ਦੇ ਵਿੱਚ 7 ਵਲਾਵੇਂ ਪੈ ਜਾਣ। 1-2 ਵਲਾਵੇਂ ਆਮ ਵੇਖਣ ਨੂੰ ਮਿਲ ਜਾਣਗੇ ਤੇ ਬਿਨਾਂ ਵਲਾਵਿਆਂ ਤੋਂ ਵੀ। ਹੁਣ ਕੁੱਤੇ ਵੀ ਤੁਸੀਂ ਵੇਖੋਗੇ, ਸਾਰਿਆਂ ਦੀ ਪੂਛ ਜਿਹੜੀ ਹੈ ਨਾ, ਉਹ ਉੱਪਰ ਨੂੰ ਨਹੀਂ ਖੜੀ ਹੋਏਗੀ। ਇਹ ਪੂਛ ਡੇਗੀ ਜਾ ਸਕਦੀ ਹੈ। ਜਿਹੜੇ ਕੁੱਤੇ ਦੀ ਪੂਛ ਖੜੀ ਹੈ ਨਾ, ਉਹ ਵੀ ਡੇਗੀ ਜਾ ਸਕਦੀ। ਕਿਵੇਂ? ਦੀ ਫਿਤਰਤ ਬਦਲ ਦਿਓ, ਇਹਦੀ ਖੁਰਾਕ ਘਟਾ ਦਿਓ, ਬਿਲਕੁਲ ਖੁਰਾਕ ਬੰਦ ਕਰ ਦਿਓ। ਜਿਵੇਂ ਜਿਵੇਂ ਕੁੱਤਾ ਕਮਜ਼ੋਰ ਹੋਏਗਾ, ਪੂਛ ਥੱਲੇ ਨੂੰ ਆਈ ਜਾਏਗੀ, ਵੰਜਲੀ 'ਚ ਪਾਉਣ ਦੀ ਲੋੜ ਨਹੀਂ ਹੈਗੀ। ਜਿਵੇਂ ਇਹ ਅਨੁਭਵੀ ਗਿਆਨ ਹੁੰਦੇ ਨੇ, ਇਹਨਾਂ ਨੂੰ ਅਨੁਭਵੀ ਗਿਆਨ ਆਖਿਆ। ਆਪ ਨੂੰ ਕਿਤੋਂ ਲਿਖਤ ਨਹੀਂ ਮਿਲੇਗੀ। ਜਿਹੜਾ ਅਨੁਭਵੀ ਗਿਆਨ ਉਹਦੀ ਲਿਖਤ ਨਹੀਂ ਹੁੰਦੀ, ਕਿਤੋਂ ਲਿਖਤ ਮਿਲੇਗੀ ਨਹੀਂ। ਆਪ ਜੀ ਨੇ ਸਰਵਣ ਕੀਤਾ ਨਾ ਵੀ ਸਪਣੀ ਹੈ ਜਿਹੜੀ ਇਹ ਬੱਚਿਆਂ ਨੂੰ ਖਾ ਜਾਂਦੀ ਹੈ। ਮੈਂ ਕਹਿੰਦਾ ਨਹੀਂ ਖਾਂਦੀ। ਤੇ ਫਿਰ ਇਹ ਗੱਲ ਕਿੱਥੋਂ ਬਣਤਰ ਦੇ ਵਿੱਚ ਆਈ? ਕਿਸੇ ਨੇ ਵੇਖ ਲਿਆ, ਸਪਣੀ ਸੀ ਜਿਹੜੀ, ਉਹਦੇ ਮੂੰਹ 'ਚ ਬੱਚਾ ਵੇਖ ਲਿਆ ਤੇ ਉਹਨੇ ਕਹਿ ਦਿੱਤਾ ਇਹ ਬੱਚੇ ਨੂੰ ਖਾ ਗਈ ਹੈ। ਖਾਧਾ ਥੋੜ੍ਹੀ ਹੈ, ਖਾਧਾ ਗਿਆ ਹੈ। ਕਾਰਨ ਕੀ ਹੈ? ਹਰ ਮਾਂ ਨੂੰ ਆਪਣਾ ਨਵਾਂ ਜੰਮਿਆ ਸ਼ੀਸ਼ੂ ਜਿਹੜਾ ਹੈ ਨਾ, ਉਹ ਬੜਾ ਪਿਆਰਾ ਹੁੰਦਾ ਹੈ। ਅਸੀਂ ਵੇਖਦੇ ਹਾਂ ਸਾਡੇ ਘਰੇ ਗਾਈਆਂ ਮੱਝਾਂ ਨੇ, ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਇਹ ਜ਼ਬਾਨ ਦੇ ਨਾਲ ਉਸ ਦੀ ਉੱਪਰਲੀ ਮੈਲ ਨੂੰ ਚੱਟਦੀਆਂ ਨੇ। ਕਿਉਂ? ਹੋ ਕੁਰਬਾਨ ਕੀਤਾ ਤਿਸੇ ਬਿਟ ਹੋ, ਜਿਨ ਮੋਹ ਮੀਠਾ ਲਾਇਆ। ਇਹ ਮੋਹ ਹੈ ਤੇ ਮੋਹ ਦੇ ਵਸ ਹੋ ਕੇ ਉਸ ਪ੍ਰਭੂ ਪਰਮਾਤਮਾ ਨੇ ਫਿਤਰਤ ਹੀ ਇਸ ਤਰ੍ਹਾਂ ਦੀ ਬਣਾ ਦਿੱਤੀ ਕਿ ਜਦੋਂ ਮਨੁੱਖ ਦੇ ਅੰਦਰ ਮੋਹ ਆਉਂਦਾ ਹੈ, ਇਹ ਇਤਨਾ ਝੁਕ ਜਾਂਦਾ ਹੈ ਕਿ ਇਹਨੂੰ ਗੰਦਗੀ ਦਾ ਵੀ ਨਹੀਂ ਪਤਾ ਲੱਗਦਾ। ਇੱਕ ਨਸ਼ੇੜੀ ਬੰਦਾ ਹੈ, ਸ਼ਰਾਬੀ ਬੰਦਾ ਹੈ, ਤੁਸੀਂ ਵੇਖਿਆ ਹੋਣਾ ਗੰਦੀ ਥਾਂ ਤੇ ਡਿੱਗਿਆ ਪਿਆ ਹੈ। ਕਿਉਂ? ਅੰਦਰ ਦਾ ਝੁਕਾਅ ਜਿਹੜਾ ਉਹ ਬਿਲਕੁਲ ਗੰਦਗੀ ਵਾਲਾ ਹੋ ਗਿਆ ਹੈ, ਬਿਲਕੁਲ ਭ੍ਰਸ਼ਟ ਹੋ ਗਿਆ। ਤੇ ਹੁਣ ਜਦੋਂ ਸੁਭਾਅ ਜਿਹੜੀ ਫਿਤਰਤ ਇਸ ਤਰ੍ਹਾਂ ਦੀ ਬਣ ਗਈ ਹੈ ਸੂਰ ਵਰਗੀ, ਤੇ ਸੂਰ ਤਾਂ ਗੰਦਗੀ ਖਾਂਦਾ ਹੈ ਨਾ। ਫਿਰ ਇਸੇ ਤਰ੍ਹਾਂ ਜਦੋਂ ਆਂਡੇ ਦੇ ਵਿੱਚੋਂ ਬੱਚਾ ਨਿਕਲਦਾ ਹੈ ਤੇ ਸਪਣੀ ਨੂੰ ਬੜਾ ਪਿਆਰਾ ਲੱਗਦਾ ਹੈ। ਜਦੋਂ ਉਹਨੂੰ ਚੱਟਦੀ ਹੁੰਦਾ, ਉਹ ਧਾਗੇ ਵਰਗਾ ਜਾਲਾ ਹੁੰਦਾ, ਜ਼ਬਾਨ ਨਾਲ ਲੱਗ ਜਾਂਦਾ ਤੇ ਮੁੜ ਕੇ ਲਾਏ ਨਹੀਂ ਜਾਂਦਾ, ਅੰਦਰ ਹੀ ਚਲਾ ਜਾਂਦਾ, ਖਾਧਾ ਜਾਂਦਾ, ਖਾਂਦੀ ਨਹੀਂ। ਤੇ ਜਿਹੜੇ ਅਨੁਭਵੀ ਗਿਆਨ ਵਾਲੇ ਨੇ, ਜਦੋਂ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਮਿਲਾ ਕੇ ਵੇਖਦੇ ਨੇ ਤੇ ਸਪਣੀ ਦੇ ਅੰਦਰ ਹੰਝੂ ਆ ਜਾਂਦੇ ਨੇ ਵੀ ਮੇਰਾ ਬੱਚਾ ਸੀ ਤੇ ਖਾਧਾ ਗਿਆ, ਮੇਰਾ ਬੱਚਾ ਸੀ ਤੇ ਖਾਧਾ ਗਿਆ। ਇਸੇ ਤਰ੍ਹਾਂ ਜਦੋਂ ਅਸੀਂ ਫਿਤਰਤ ਬਦਲਣੀ ਹੈ ਤੇ ਵੇਖਣਾ ਪਏਗਾ ਵੀ ਇਹਨੂੰ ਕਿਵੇਂ ਬਦਲਿਆ ਜਾਵੇ। ਜਿਵੇਂ ਕੋਈ ਮਨੁੱਖ ਹੈ, ਉਹਦੇ ਅੰਦਰ ਵਾਸ਼ਨਾ ਕਾਮ ਵਾਲੀ ਜ਼ਿਆਦੀ ਹੈ ਤੇ ਉਹਨੂੰ ਠੰਡੇ ਪਦਾਰਥ ਲੋੜ ਤੋਂ ਜ਼ਿਆਦਾ ਦੇ ਦਿਓ, ਬਿਲਕੁਲ ਫਿਤਰਤ ਬਦਲ ਜਾਏਗੀ, ਸਾਧੂ ਬਣ ਜਾਏਗਾ, ਸੰਤ ਸੁਭਾਅ ਵਾਲੇ ਪਾਸੇ ਆ ਜਾਏਗਾ। ਸੋ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਕਿਰਪਾ ਕਰਦੇ ਨੇ, ਸਾਨੂੰ ਇਹੀ ਦੱਸਿਆ ਹੈ, ਸਾਜਨ ਪੁਰਖ ਸਤਿਗੁਰ ਮੇਰਾ ਪੂਰਾ। ਸਾਡੇ ਸੱਚੇ ਸਤਿਗੁਰੂ, ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਸਤਿਗੁਰ ਗੁਰੂ ਰਾਮਦਾਸ ਜੀ ਨੂੰ ਆਖੇ,
ਉਹਨਾਂ ਦੀ ਵਡਿਆਈ ਕੀਤੀ ਹੈ। ਤੇ ਸਾਡੇ ਲਈ ਸੱਚੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਸਾਡੇ ਗੁਰੂ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਨ੍ਹਾਂ ਦੇ ਵਿੱਚ ਦਸਾਂ ਪਾਤਸ਼ਾਹਾਂ ਦੀ ਗਿਆਨ ਜੋਤ ਹੈ, ਆਤਮਿਕ ਸਰੂਪ ਹੈ। ਸਾਜਨ ਪੁਰਖ ਸਤਿਗੁਰ ਮੇਰਾ ਪੂਰਾ, ਮੇਰਾ ਪਰਿਪੂਰਨ ਸੱਚਾ ਸਤਿਗੁਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਤਿਸ ਬਿਨ ਅਵਰ ਨ ਜਾਣਾ ਰਾਮ, ਸਾਡੇ ਅੰਦਰ ਦਾ ਜਿਹੜਾ ਝੁਕਾਅ ਨਾ ਉਹ ਕੇਵਲ ਤੇ ਕੇਵਲ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੈ। ਇਸ ਲਈ ਅਸੀਂ ਕੇਵਲ ਤੇ ਕੇਵਲ ਉਹਨਾਂ ਦੇ ਹੁਕਮ ਨੂੰ ਜਾਣਦੇ ਹਾਂ, ਉਹਨਾਂ ਦੇ ਪਿਆਰ ਨੂੰ ਜਾਣਦੇ ਹਾਂ, ਉਹਨਾਂ ਦੀ ਸੇਵਾ ਨੂੰ ਜਾਣਦੇ ਹਾਂ। ਉਹਨਾਂ ਤੋਂ ਬਿਨਾਂ ਸਾਡਾ ਸੰਸਾਰ ਦੇ ਹੋਰ ਵਿਹਾਰਾਂ ਦੇ ਨਾਲ ਕੁਝ ਵੀ ਮਤਲਬ ਨਹੀਂ ਬਣਦਾ ਹੈ ਜੀ। ਮਾਤ ਪਿਤਾ ਭਾਈ ਸੁਤ ਬੰਧਪ, ਜੀ ਪ੍ਰਾਨ ਮਨ ਭਾਣਾ ਰਾਮ। ਮਾਤ ਕਈਆਂ ਦਾ ਝੁਕਾਏ ਜਿਹੜਾ ਮਾਂ ਦੇ ਵੱਲ ਝੁਕਿਆ, ਪਿਤਾ ਨੂੰ ਘੱਟ ਪਿਆਰ ਕਰਦੇ ਨੇ, ਮਾਂ ਨੂੰ ਬੜਾ ਪਿਆਰ ਕਰਦੇ ਨੇ। ਕਈ ਬੱਚੇ ਇਸ ਤਰ੍ਹਾਂ ਦੇ ਹੈਗੇ ਨੇ, ਪਿਤਾ ਕਈ ਨੇ ਉਹਨਾਂ ਦੀ ਮਾਂ ਦੇ ਨਾਲ ਨਹੀਂ ਬਣਦੀ, ਉਹਨਾਂ ਦੀ ਪਿਤਾ ਨਾਲ ਬੜੀ ਬਣਦੀ ਹੈ। ਭਾਈਆਂ ਦਾ ਭਾਈ ਦੇ ਨਾਲ ਬੜਾ ਕਈ ਵਾਰੀ ਪਿਆਰ ਹੁੰਦਾ ਹੈ, ਸਾਰਿਆਂ ਦਾ ਨਹੀਂ, ਕਈਆਂ ਦਾ ਹੁੰਦਾ ਸੁੱਤ। ਕਈ ਨੇ ਉਹ ਆਪਣੇ ਪੁੱਤਰ ਨੂੰ ਇਤਨਾ ਪਿਆਰ ਕਰਦੇ ਨੇ ਕਿ ਜੇ ਉਹ ਵਿਗੜ ਵੀ ਜਾਵੇ ਨਾ ਤੇ ਉਹਨਾਂ ਤੇ ਅਸਰ ਨਹੀਂ ਹੁੰਦਾ, ਕਿਉਂਕਿ ਉਹ ਪਿਆਰ ਦੇ ਵਿੱਚ ਅੰਨੇ ਹੋਏ ਨੇ। ਬੰਧਪ ਕਹਿੰਦੇ ਨੇ ਰਿਸ਼ਤੇਦਾਰਾਂ ਨੂੰ। ਕਈਆਂ ਦੇ ਅੰਦਰ ਦਾ ਝੁਕਾਅ ਜਿਹੜਾ ਉਹ ਆਪਣੇ ਪਰਿਵਾਰ ਦੇ ਨਾਲ ਉਹਨਾਂ ਰਿਸ਼ਤੇਦਾਰਾਂ ਦੇ ਵੱਲ ਜ਼ਿਆਦਾ ਹੁੰਦਾ ਹੈ। ਜੀ ਸਾਡੇ ਅੰਦਰ ਜੀ ਹੈ, ਪ੍ਰਾਣ ਸਾਡੇ ਸਵਾਸ ਚੱਲਦੇ ਨੇ, ਮਨ ਭਾਣਾ ਰਾਮ। ਹੇ ਸੱਚੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ, ਸਾਡੇ ਅੰਦਰ ਦਾ ਜਿਹੜਾ ਪ੍ਰੇਮ ਹੈ, ਅੰਦਰ ਦਾ ਜਿਹੜਾ ਝੁਕਾਅ ਹੈ, ਅੰਦਰ ਦੀ ਜਿਹੜੀ ਫਿਤਰਤ ਹੈ, ਉਹ ਮਾਤਾ ਪਿਤਾ ਭਾਈ ਸੁਤ ਬੰਧਪ, ਸਾਡੀ ਜੀ ਆਤਮਾ ਪ੍ਰਾਣ ਤੇ ਸਵਾਸ, ਇਹਨਾਂ ਸਾਰਿਆਂ ਦੇ ਵਾਲੇ ਪਾਸਿਓਂ ਹਟ ਕੇ ਨਾ ਮਨ ਭਾਣਾ ਰਾਮ, ਆਪ ਜੀ ਦੇ ਚਰਨਾਂ ਦੀ ਸੇਵਾ, ਆਪ ਜੀ ਦੇ ਨਾਮ ਦੇ ਨਾਲ ਜੁੜਨਾ, ਆਪ ਜੀ ਦੇ ਪ੍ਰੇਮ ਦੇ ਵਿੱਚ ਮਗਨ ਰਹਿਣਾ, ਇਹ ਸਾਡੇ ਮਨ ਨੂੰ ਚੰਗੀ ਲੱਗਦੀ ਹੈ ਜੀ। ਜੀਉ ਪਿੰਡ ਸਭ ਤਿਸ ਕਾ ਦੀਆ, ਸਰਬ ਗੁਣਾ ਭਰਪੂਰੇ। ਇਹ ਜਿਹੜਾ ਸਾਡੇ ਅੰਦਰ ਜੀਵ ਆਤਮਾ ਹੈ, ਇਹ ਤੇ ਪਿੰਡ ਹੈ ਜਿਹੜਾ ਸਭ ਤਿਸ ਕਾ ਦੀਆ, ਇਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਾਨੂੰ ਦਿੱਤਾ ਹੈ। ਸਰਬ ਗੁਣਾ ਭਰਪੂਰੇ। ਤੇ ਧੰਨ ਗੁਰੂ ਮਹਾਰਾਜ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਨੇ ਕਿ ਉਹ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ। ਗੁਣ ਸਾਡੇ ਅੰਦਰ ਇੱਕ ਜਾਂ ਦੋ ਗੁਣ ਹੋ ਸਕਦੇ ਨੇ, ਜ਼ਿਆਦਾ ਤੋਂ ਜ਼ਿਆਦਾ 4-5 ਗੁਣ ਹੋਣਗੇ, ਇਸ ਤੋਂ ਜ਼ਿਆਦਾ ਗੁਣ ਨਹੀਂ ਹੈਗੇ। ਕਿਸੇ ਦੇ ਅੰਦਰ ਚੰਗਾ ਗੁਣ ਹੈ, ਉਹ ਚੰਗਾ ਕੀਰਤਨ ਕਰ ਲੈਂਦਾ। ਕਿਸੇ ਦੇ ਅੰਦਰ ਚੰਗਾ ਗੁਣ ਹੈ, ਚੰਗੀ ਕਥਾ ਕਰ ਲੈਂਦਾ। ਕਿਸੇ ਦੇ ਅੰਦਰ ਚੰਗਾ ਗੁਣ ਹੈ, ਚੰਗੀ ਸੇਵਾ ਕਰ ਲੈਂਦਾ। ਕਿਸੇ ਦੇ ਅੰਦਰ ਚੰਗਾ ਗੁਣ ਹੈ, ਚੰਗੀ ਚਿੱਤਰਕਾਰੀ ਕਰ ਲੈਂਦਾ ਹੈ। ਸਾਰੇ ਗੁਣ ਨੇ ਜਿਹੜੇ ਉਹ ਮਨੁੱਖ ਦੇ ਅੰਦਰ ਨੇ, ਕਿਉਂਕਿ ਇਹ ਗੁਣ ਨੇ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਨੇ, ਤੇ ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਨਾਲ ਭਰਪੂਰ ਹੈ। ਤੇ ਉਹਦੇ ਤੋਂ ਸਾਨੂੰ ਇਹ ਗੁਣਾਂ ਦੀ ਦਾਤ ਮਿਲੀ ਹੈ। ਇਹ ਮਿਲੀ ਕਾਹਦੇ ਵਾਸਤੇ ਹੈ? ਸਾਨੂੰ ਰੋਜੀ ਰੋਟੀ ਕਮਾਉਣ ਵਾਸਤੇ। ਕਿਸੇ ਦੇ ਵਿੱਚ ਗੁਣੇ ਵਪਾਰੀ ਬੜਾ ਵਧੀਆ ਵਪਾਰ ਬੜਾ ਕਰਦਾ ਹੈ ਤੇ ਉਹ ਆਪਣੇ ਵਪਾਰ ਨਾਲ ਰੋਜੀ ਰੋਟੀ ਕਮਾ ਰਿਹਾ। ਸਾਡੇ ਕੋਲ ਗੁਣ ਹੈ, ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਇਹਦੇ ਨਾਲ ਸਾਡੀ ਰੋਜੀ ਰੋਟੀ ਚੱਲ ਰਹੀ ਹੈ। ਗੁਣ ਹੈ, ਗੁਣ ਦੇ ਨਾਲ ਪ੍ਰਾਪਤੀ ਮਨੁੱਖ ਨੇ ਕਰਨੀ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜੀਓ ਪਿੰਡ ਸਰਬ ਸੁਖ ਪਾਏ ਸਭ ਤਿਸ ਕਾ। ਜੀਓ ਪਿੰਡ ਸਭ ਤਿਸ ਕਾ, ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਤੇ ਸਾਰੇ ਗੁਣ ਵੀ ਉਹਦੇ ਨੇ। ਉਹ ਆਪ ਹੀ ਇਹ ਗੁਣ ਨੇ ਨਾ ਜਿਹੜੇ ਸਾਨੂੰ ਦਾਤ ਦੇ ਰਿਹਾ ਹੈ ਜੀ। ਅੰਤਰ ਜਾਮੀ ਸੋ ਪ੍ਰਭ ਮੇਰਾ, ਸਰਬ ਰਹਿਆ ਭਰਪੂਰੇ। ਉਹ ਪਰਮਾਤਮਾ ਸਾਡੇ ਅੰਦਰ ਦੀਆਂ ਜਾਣਦਾ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਸਾਡਾ ਅੰਦਰ ਝੁਕਿਆ ਕਿਹੜੇ ਪਾਸੇ ਹੈ, ਸਾਡੇ ਅੰਦਰ ਦੀ ਫਿਤਰਤ ਕੀ ਹੈ। ਅਸੀਂ ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ, ਸਾਡੇ ਅੰਦਰ ਦਾ ਝੁਕਾਅ ਕੀ ਹੈ, ਸਾਡੇ ਅੰਦਰ ਦੀ ਫਿਤਰਤ ਕੀ ਹੈ, ਉਹ ਇਸ ਨੂੰ ਜਾਣਦਾ ਹੈ। ਸੋ ਪ੍ਰਭ ਮੇਰਾ, ਉਹ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਸਾਡੇ ਅੰਦਰ ਬੈਠਾ ਹੋਇਆ ਸਾਡੇ ਅੰਦਰ ਦੀ ਹਾਲਤ ਨੂੰ ਜਾਣ ਰਿਹਾ ਹੈ। ਸਰਬ ਰਿਹਾ ਭਰਪੂਰੇ। ਇਹ ਨਹੀਂ ਵੀ ਕੇਵਲ ਸਾਡੇ ਅੰਦਰ ਹੀ, ਇਹ ਸਾਰਿਆਂ ਦੇ ਅੰਦਰ ਇਸ ਤਰ੍ਹਾਂ ਹੈ। ਇਹ ਉਹਦੀ ਵਡਿਆਈ, ਇਹ ਗੁਣ ਕੇਵਲ ਤੇ ਕੇਵਲ ਪਰਮਾਤਮਾ ਦੇ ਕੋਲ ਹੈ। ਵੇਖੋ, ਇੱਕ ਗੁਣ ਹੈ, ਉਹ ਪ੍ਰਭੂ ਪਰਮਾਤਮਾ ਉਸ ਗੁਣ ਦੇ ਨਾਲ 84 ਲੱਖ ਜੂਨਾਂ ਦੇ ਜਿਤਨੇ ਪ੍ਰਕਾਰ ਦੇ ਵੀ ਜੀਵ ਨੇ ਨਾ, ਸਾਰਿਆਂ ਦੇ ਅੰਦਰ ਵਿਆਪਕ ਹੈ।
ਅੰਤਰਜਾਮੀ ਸੋ ਪ੍ਰਭ ਮੇਰਾ, ਸਰਬ ਰਿਹਾ ਭਰਪੂਰੇ। ਇਸ ਤਰ੍ਹਾਂ ਉਹ ਸਾਰਿਆਂ ਦੇ ਵਿੱਚ ਵਿਆਪਕ ਹੋ ਕੇ ਸਾਰਿਆਂ ਦੇ ਅੰਦਰ ਦੀ ਫਿਤਰਤ ਨੂੰ ਸਮਝਦਾ ਹੈ, ਅੰਤਰਜਾਮਤਾ ਨੂੰ ਸਮਝਦਾ ਵੀ ਅੰਦਰੋਂ ਕਿਹੜਾ ਹੈ। ਭਗਤ ਸੂਰਦਾਸ ਜੀ ਹੋਏ ਨੇ, ਥੋੜਾ ਜਿਹਾ ਇਹਨਾਂ ਨੇ ਪੜ੍ਹ ਲਿਖ ਲਿਆ ਬਚਪਨ ਦੇ ਵਿੱਚ, ਤੇ ਪੜ੍ਹ ਲਿਖ ਕੇ ਤੇ ਥੋੜੀ ਜੀ ਮਨੀਮੀ ਵੀ ਸਿੱਖ ਗਏ। ਇੱਕ ਰਾਜੇ ਦੇ ਪਾਸ ਇਹਨਾਂ ਨੂੰ ਨੌਕਰੀ ਵੀ ਮਿਲ ਗਈ। ਹੁਣ ਜਦੋਂ ਰਾਜੇ ਦੇ ਪਾਸ ਨੌਕਰੀ ਮਿਲ ਗਈ ਏ ਤੇ ਸਾਨੂੰ ਸਰਕਾਰੀ ਦਰਬਾਰੇ ਨੌਕਰੀ ਮਿਲ ਜੇ ਤੇ ਸਾਡਾ ਛੱਡਣ ਨੂੰ ਜੀ ਨਹੀਂ ਕਰਦਾ। ਇਹਨੂੰ 1 ਮਹੀਨੇ ਬਾਅਦ ਸਾਈਆਂ ਨੇ ਕੱਢ ਦਿੱਤਾ ਸੀ। ਕਿਉਂ ਕੱਢ ਦਿੱਤਾ ਸੀ? ਇਹਨਾਂ ਦੇ ਅੰਦਰ ਦਾ ਝੁਕਾਅ ਜਿਹੜਾ ਸੀ ਉਹ ਬੰਦਗੀ ਵਾਲਾ ਸੀ, ਸਿਮਰਨ ਵਾਲਾ ਸੀ। ਜੇ ਕੋਈ ਦੇ ਗਿਆ ਤੇ ਸਿਮਰਨ ਦੇ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਵੀ ਇਹਦੇ ਲਿਖਣੇ ਨੇ ਕਿ ਨਹੀਂ ਲਿਖਣੇ, ਕਿਉਂਕਿ ਮਨੀਮ ਦਾ ਹੀ ਕੰਮ ਹੁੰਦਾ ਨਾ ਕੀ ਆਇਆ ਤੇ ਕੀ ਗਿਆ ਹੈ। ਇੱਥੋਂ ਤੱਕ ਕਿ ਇਹ ਆਪਣੀ ਤਨਖਾਹ ਵੀ ਮਹੀਨੇ ਦੀ ਉਸ ਨੂੰ ਰਾਜੇ ਨੂੰ ਦੇ ਕੇ ਨਾ ਫਿਰ ਵੀ ਇਹਨਾਂ ਦਾ ਖਹਿੜਾ ਨਹੀਂ ਵੀ ਛੁੱਟਿਆ, ਘਰੋਂ ਹੋਰ ਵੀ ਦੇਣੇ ਪੈ ਗਏ ਸੀ। ਐਡਾ ਵੱਡਾ ਘਾਟਾ ਪਾ ਲਿਆ ਸੀ ਇਹਨਾਂ ਨੇ। ਤੇ ਮੁੜ ਕੇ ਫਿਰ ਇੱਕ ਸਾਧੂ ਦੀ ਝੁੱਗੀ 'ਚ ਗਏ ਚਲੇ ਸੀ। ਕਹਿੰਦਾ ਇਹ ਸੰਸਾਰ ਦੇ ਕੰਮ ਨੇ ਨਾ ਜਿਹੜੇ, ਇਹ ਮੇਰੇ ਤੋਂ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਕਿਉਂਕਿ ਅੰਦਰ ਦਾ ਝੁਕਾਅ ਹੀ ਨਹੀਂ ਉੱਧਰ ਜਾ ਰਿਹਾ, ਅੰਦਰੋਂ ਗੱਲ ਹੀ ਨਹੀਂ ਮੰਨਦੀ, ਉਹ ਅੰਦਰੋਂ ਕਾਰਨ ਹੀ ਨਹੀਂ ਬਣਦਾ, ਉਹ ਲਗਨ ਹੀ ਨਹੀਂ ਬਣਦੀ ਮੈਂ ਸੰਸਾਰ ਦਾ ਕੋਈ ਕੰਮ ਕਰ ਲਵਾਂ। ਅੰਦਰੇ ਜਿਹੜਾ ਪ੍ਰਭੂ ਦੇ ਨਾਲ ਜੁੜਿਆ, ਪਰਮਾਤਮਾ ਦੇ ਨਾਲ ਜੁੜਿਆ। ਸੋ ਇਸ ਤਰ੍ਹਾਂ ਉਹ ਪ੍ਰਭੂ ਪਰਮਾਤਮਾ ਸਾਡੇ ਅੰਦਰ ਵਸਿਆ ਹੋਇਆ ਤੇ ਸਾਰਿਆਂ ਦੇ ਵਿੱਚ ਉਹ ਇਸ ਤਰ੍ਹਾਂ ਪਰਿਪੂਰਨ ਹੈ। ਤੇ ਫਿਰ ਪ੍ਰਾਪਤੀ ਕਿਵੇਂ ਹੁੰਦੀ ਹੈ? ਉਹ ਅੰਦਰ ਦਾ ਝੁਕਾਅ ਵੇਖਦਾ ਹੈ ਵੀ ਇਹਦੇ ਅੰਦਰ ਕਿਵੇਂ ਕੀ ਚੱਲ ਰਿਹਾ ਹੈ। ਉਸ ਪ੍ਰਭੂ ਪਰਮਾਤਮਾ ਦੀ ਇਹ ਅੰਤਰਜਾਮਤਾ ਹੈ ਜੋ ਸਾਡੀ ਫਿਤਰਤ ਨੂੰ ਵੇਖਦੀ ਹੈ ਜੀ। ਤਾਕੀ ਸ਼ਰਨ ਸਰਬ ਸੁਖ ਪਾਏ, ਹੋਏ ਸਰਬ ਕਲਿਆਣਾ। ਜਿਹੜਾ ਗੁਰਮੁਖ ਪਿਆਰਾ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ, ਉਹਨੂੰ ਫਿਰ ਸਾਰੇ ਪ੍ਰਕਾਰ ਦੇ ਜਿਹੜੇ ਸੁੱਖ ਨੇ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਏ ਤੇ ਸਰਬ ਪ੍ਰਕਾਰ ਦਾ ਜਿਹੜਾ ਭਲਾ ਹੈ ਨਾ ਉਹਦਾ ਉਹ ਹੋ ਜਾਂਦਾ ਹੈ ਜੀ। ਸਦਾ ਸਦਾ ਪ੍ਰਭ ਕੋ ਬਲਿਹਾਰੈ, ਨਾਨਕ ਸਦ ਕੁਰਬਾਨਾ। ਸਦਾ ਸਦਾ ਦਾ ਅਰਥ ਹੈ ਸਦੀਵ। ਉਸ ਪ੍ਰਭੂ ਪਰਮਾਤਮਾ ਤੋਂ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਆ ਤੇ ਸਦਾ ਉਸ ਤੋਂ ਕੁਰਬਾਨਾ, ਉਸ ਤੋਂ ਕੁਰਬਾਨ ਜਾਂਦੇ ਆ, ਉਸ ਤੋਂ ਅਸੀਂ ਆਪਾ ਕੁਰਬਾਨ ਕਰਦੇ ਆ, ਉਸ ਤੋਂ ਅਸੀਂ ਆਪੇ ਨੂੰ ਵਾਰਦੇ ਆ। ਅਸੀਂ ਆਪਣਾ ਆਪ ਉਸ ਪ੍ਰਭੂ ਪਰਮਾਤਮਾ ਤੋਂ ਸਦੀਵੀ ਨਿਸ਼ਾਵਰ ਕਰਦੇ ਹਾਂ ਜੀ। ਐਸਾ ਗੁਰ ਬੜ ਭਾਗੀ ਪਾਈਐ, ਜਿਤ ਮਿਲਿਆ ਪ੍ਰਭ ਜਾਪੈ ਰਾਮ। ਤਾਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਨਾਲ ਗੁਰੂ ਜੀ ਨੇ ਪਹਿਲੀ ਪੌੜੀ ਦੇ ਅੰਦਰ ਸਾਨੂੰ ਇਹ ਦੱਸਿਆ ਵੀ ਹੇ ਪ੍ਰਾਣੀ, ਤੇਰੇ ਅੰਦਰ ਦੀ ਜਿਹੜੀ ਫਿਤਰਤ ਹੈ ਉਹ ਕਿਹੜੇ ਪਾਸੇ ਝੁਕੀ ਹੋਈ ਹੈ, ਤੇਰੇ ਅੰਦਰ ਦਾ ਝੁਕਾਅ ਕੀ ਹੈ। ਤੂੰ ਪਹਿਲੋਂ ਆਪਣੇ ਅੰਦਰ ਦੇ ਝੁਕਾਅ ਨੂੰ ਰੋਕਣ ਦੇ ਲਈ ਇਸ ਦੇ ਇੱਕ ਪਾਸੇ ਤੂੰ ਪਾਸ ਕੋ ਬੰਨਣਾ ਕਰ, ਤਾਂ ਕਿ ਇਹ ਗਲਤ ਪਾਸੇ ਜੋ ਝੁਕਿਆ ਉਧਰ ਨਾ ਝੁਕੇ। ਘੱਟ ਤੋਂ ਘੱਟ ਬੈਲੈਂਸ ਜਿਹੜਾ ਉਹ ਬਰਾਬਰਤਾ ਰਵੇ ਨਾ। ਤੋਲੇ ਤੇ ਪੂਰਾ ਚੱਲ ਠੀਕ ਹੈ, ਸਾਰੇ ਕੰਮ ਹੀ ਕਰਨੇ ਨੇ, ਸੰਸਾਰੀ ਵੀ ਕਰਨੇ ਨੇ, ਨਾਮ ਜਪਣ ਬੰਦਗੀ ਸਿਮਰਨ ਵਾਲੇ ਪਾਸੇ ਵੀ ਆਉਣਾ ਤੇ ਘੱਟ ਤੋਂ ਘੱਟ ਇਹ ਬਰਾਬਰਤਾ ਦੋਵੇਂ ਪਲੜੇ ਰਹਿਣ ਨਾ। ਇਹ ਨਾ ਹੋਵੇ ਵੀ ਇੱਕ ਪਾਸੇ ਝੁਕਿਆ ਰਵੇ ਤੇ ਦੂਜਾ ਪਾਸਾ ਜਿਹੜਾ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਹੈ ਇਹ ਸਖਣਾ ਹੋ ਕੇ ਉੱਪਰ ਨੂੰ ਚੜਿਆ ਰਹੇ, ਫਿਰ ਗੱਲ ਨਹੀਂ ਬਣਦੀ। ਧੰਨ ਗੁਰੂ ਜੀ ਦੀ ਗੁਰਬਾਣੀ ਦੇ ਅੰਦਰ ਸੱਚੇ ਸਤਿਗੁਰ ਨੇ ਆਸਾ ਜੀ ਦੀ ਵਾਰ ਦੇ ਅੰਦਰ ਸਾਨੂੰ ਦੱਸਿਆ ਹੈ ਵੀ ਜਿਹੜੀ ਭਾਰੀ ਚੀਜ਼ ਹੁੰਦੀ ਹੈ ਨਾ ਉਹ ਝੁਕਾਅ ਦੇ ਅੰਦਰ ਹੁੰਦੀ ਹੈ। ਜਿਹੜੀ ਭਾਰੀ ਚੀਜ਼ ਹੁੰਦੀ ਹੈ ਉਹ ਝੁਕਾਅ ਦੇ ਅੰਦਰ ਹੁੰਦੀ ਹੈ। ਝੁਕਦੀ ਉਹੀ ਹੈ ਜਿੰਦੇ ਵਿੱਚ ਵਜਨ ਹੋਵੇ, ਜਿੰਦੇ 'ਚ ਵਜਨ ਨਾ ਹੋਵੇ ਝੁਕਦਾ ਨਹੀਂ ਹੈਗਾ। ਆ ਵੇਖਦੇ ਆ ਕਈ ਅੰਦਰੋਂ ਥੋਥੇ ਹੁੰਦੇ ਨੇ, ਸਖਣੇ ਹੁੰਦੇ ਨੇ, ਖਾਲੀ ਹੁੰਦੇ ਨੇ ਤੇ ਐਵੇਂ ਹੀ ਸਿਰ ਅੜਾਈ ਜਾਂਦੇ ਨੇ, ਪਤਾ ਕੁਝ ਵੀ ਨਹੀਂ ਹੁੰਦਾ। ਤੇ ਜਿਹੜੇ ਅੰਦਰੋਂ ਭਰੇ ਹੁੰਦੇ ਨੇ ਉਹ ਫਿਰ ਚੁੱਪ ਕਰ ਜਾਂਦੇ ਨੇ, ਝੁਕ ਗਏ ਨੇ ਨਾ, ਉਹ ਚੁੱਪ ਕਰ ਗਏ ਨੇ। ਸੋ ਗੁਰੂ ਜੀ ਨੇ ਪਹਿਲੀ ਪੌੜੀ ਦੇ ਅੰਦਰ ਸਾਨੂੰ ਇਹ ਦੱਸਿਆ ਵੀ ਅਸੀਂ ਆਪਣੇ ਅੰਦਰ ਨੂੰ ਫੋਲਣਾ ਕਰੀਏ, ਕਿਉਂਕਿ ਗੁਰਬਾਣੀ ਦਾ ਸਫ਼ਰ ਹੈ ਜਿਹੜਾ, ਜੋ ਗੁਰਬਾਣੀ ਪੜ੍ਹਨੀ ਸੁਣਨੀ ਕਥਾ ਵਿਚਾਰਾਂ ਨੇ, ਇਹ ਸਾਡੇ ਅੰਦਰ ਦੀ ਸਫਾਈ ਹੋ ਰਹੀ ਹੈ। ਸਾਡੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਗੁਣ ਨੇ, ਜਿਹੜੇ ਵਡਿਆਈਆਂ ਨੇ, ਉਹਨਾਂ ਦਾ ਪ੍ਰਵੇਸ਼ ਹੋਣਾ ਹੈ। ਤੇ ਹੁਣ ਦੂਜੀ ਪੌੜੀ ਦੇ ਵਿੱਚ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਐਸਾ ਗੁਰ ਵੱਡ ਭਾਗੀ ਪਾਈਏ। ਕਿਸ ਤਰ੍ਹਾਂ ਦਾ ਗੁਰੂ? ਜਿਹੜਾ ਗੁਰੂ ਸਾਨੂੰ ਇਹ ਦੱਸ ਦੇਣਾ ਵੀ ਤੂੰ ਤਾਂ ਇੱਧਰ ਨੂੰ ਜਾ ਰਿਹਾ ਹੈ।
ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਜਦੋਂ ਸਿੱਖ ਭੁੱਲ ਜਾਂਦਾ ਹੈ ਨਾ, ਫਿਰ ਗੁਰੂ ਨੇ ਉਹਨੂੰ ਸਮਝਾਉਣਾ ਹੁੰਦਾ ਹੈ। ਜੇ ਸਿੱਖ ਉਜਾੜ ਦੇ ਵਿੱਚ ਚਲਾ ਗਿਆ ਤੇ ਫਿਰ ਵੀ ਗੁਰੂ ਨੇ ਉਹਨੂੰ ਮਾਰਗ ਤੇ ਰਸਤੇ ਤੇ ਪਾਉਣਾ ਹੁੰਦਾ ਹੈ। ਪਰ ਸ਼ਰਤ ਇਹ ਹੈ, ਬੱਚਾ ਆਖੇ ਲੱਗਣ ਵਾਲਾ ਹੋਵੇ। ਇਹ ਨਾ ਹੋਵੇ ਵੀ ਮਾਤਾ ਪਿਤਾ ਬੱਚੇ ਨੂੰ ਸਮਝਾ ਰਹੇ ਹੈ ਤੇ ਬੱਚਾ ਜਿਹੜਾ ਇੱਧਰਲੇ ਕੰਨ ਚੋਂ ਸੁਣ ਕੇ ਤੇ ਇੱਧਰਲੇ ਕੰਨ ਚੋਂ ਕੱਢੀ ਜਾਂਦਾ, ਦਿਮਾਗ ਤੇ ਬੁੱਧੀ ਤੇ ਅਸਰ ਹੀ ਨਹੀਂ ਹੋਣ ਦਿੱਤਾ, ਫਿਰ ਨਹੀਂ। ਐਸਾ ਗੁਰ ਵਡਭਾਗੀ ਪਾਈਏ। ਇਸ ਤਰ੍ਹਾਂ ਦਾ ਗੁਰੂ ਮਹਾਰਾਜ ਸੱਚੇ ਸਤਿਗੁਰ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਤੇ ਜਿੰਦੇ ਪ੍ਰਾਪਤ ਹੋਣ ਦੇ ਨਾਲ ਜਿੱਤ ਮਿਲੀਏ, ਪ੍ਰਭ ਜਾਪੈ ਰਾਮ। ਜਾਪੇ ਦਾ ਅਰਥ ਇੱਥੇ ਦਿਸਣਾ, ਪਤਾ ਲੱਗ ਜਾਣਾ, ਜਾਪ ਪੈਣਾ। ਇਹ ਨਾ ਜਾਪੇ ਸ਼ਬਦ ਜਿਹੜਾ ਇਹ ਕਈ ਵਰਤੋਂ ਦੇ ਵਿੱਚ ਆਉਂਦਾ ਹੈ, ਜਿਵੇਂ ਅੰਤਾਜੇ ਦੇ ਵਿੱਚ ਵੀ ਆਉਂਦਾ ਹੈ। ਮੈਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਅੱਜ ਮੀਂਹ ਪਵੇਗਾ। ਇਹ ਹੁਣ ਅੰਤਾਜਾ ਬਣ ਗਿਆ ਹੈ। ਤੇ ਜਾਪੇ ਦਾ ਅਰਥ ਇੱਥੇ ਹੈ ਵੀ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ, ਉਸ ਦਾ ਗਿਆਨ ਹੈ ਜਿਹੜਾ ਉਹ ਆ ਜਾਣਾ। ਇਹ ਸੋਝੀ ਆ ਜਾਣੀ ਵੀ ਪ੍ਰਭੂ ਪਰਮਾਤਮਾ ਜਿਹੜਾ ਸੱਚਾ ਸਤਿਗੁਰ ਹੈ ਉਹ ਇਸ ਵਡਿਆਈ ਦੇ ਨਾਲ ਪਰਿਪੂਰਨ ਹੈ, ਉਸ ਦਾ ਪ੍ਰਕਾਸ਼ ਅੰਦਰ ਆ ਜਾਣਾ। ਤੇ ਇਹ ਕਿਰਪਾ ਗੁਰੂ ਦੀ ਹੈ। ਐਸਾ ਗੁਰ ਵਡਭਾਗੀ ਪਾਈਏ। ਵੱਡੇ ਭਾਗਾਂ ਦੇ ਨਾਲ ਇਸ ਤਰ੍ਹਾਂ ਦਾ ਮਹਾਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਸਾਨੂੰ ਮਿਲਦੇ ਨੇ, ਜਿੱਤ ਮਿਲੇ, ਜਿਨ੍ਹਾਂ ਦੀ ਪ੍ਰਾਪਤੀ ਦੇ ਨਾਲ ਪ੍ਰਭ ਜਾਪੈ ਰਾਮ, ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦਾ ਅੰਦਰ ਗਿਆਨ ਪ੍ਰਾਪਤ ਹੁੰਦਾ ਜੋ ਸਾਰਿਆਂ ਵਿੱਚ ਰਮਿਆ ਹੋਇਆ ਹੈ ਜੀ। ਜਨਮ ਜਨਮ ਕੇ ਕਿਲ ਵਿਖ ਉਤਰ ਹੈ, ਹਰ ਸੰਤ ਧੂੜੀ ਨਿਤ ਨਾਪੈ ਰਾਮ। ਜਦੋਂ ਮਨੁੱਖ ਨੂੰ ਆਪਣੀ ਮੰਜ਼ਿਲ ਦਿਸ ਪਵੇ ਨਾ, ਤੇ ਫਿਰ ਮਨੁੱਖ ਆਪਣੀ ਮੰਜ਼ਿਲ ਦੇ ਰਸਤੇ ਵਾਲੇ ਪਾਸੇ ਤੁਰਦਾ, ਕਿਸੇ ਨੂੰ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ। ਜਦੋਂ ਗੁਰਮੁਖਾਂ ਨੂੰ ਉਸ ਪ੍ਰਭੂ ਪਰਮਾਤਮਾ ਦੀ ਝਲਕ ਅੰਦਰ ਅਨੁਭਵ ਹੋ ਜਾਂਦੀ ਏ ਤੇ ਫਿਰ ਇਹ ਉਸੇ ਪਾਸੇ ਤੁਰਦੇ ਨੇ ਉਸ ਝਲਕ ਨੂੰ ਪ੍ਰਾਪਤ ਕਰਨ ਦੇ ਲਈ। ਤੇ ਜਦੋਂ ਆਪਾਂ ਇਸ ਪਾਸੇ ਤੁਰ ਪਵਾਂਗੇ ਤੇ ਫਿਰ ਸਾਡੇ ਅੰਦਰ ਦੇ ਜਿਹੜੇ ਪਾਪ ਨੇ ਨਾ, ਉਹ ਸਾਰੇ ਖਤਮ ਹੋ ਜਾਣਗੇ। ਬਸ ਕੁਝ ਵੀ ਨਹੀਂ। ਇੱਕ ਪਲੜੇ ਦੇ ਵਿੱਚ ਪਾਪ ਨੇ, ਦੂਜਾ ਪਲੜਾ ਸੱਖਣਾ ਤੇ ਉੱਪਰ ਨੂੰ ਚੱਕਿਆ ਏ। ਹੁਣ ਜਦੋਂ ਤੁਸੀਂ ਸੱਖਣੇ ਪਲੜੇ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਭਜਨ ਬੰਦਗੀ ਸਿਮਰਨ ਗੁਣ ਗਿਆਨ ਨੇ ਜਿਹੜਾ ਇਹ ਭਰਨ ਲੱਗ ਜਾਓਗੇ ਤੇ ਇਧਰਲਾ ਜਿਹੜਾ ਪਲੜਾ ਫਿਰ ਇਹ ਹੌਲੀ ਹੌਲੀ ਸੱਖਣਾ ਹੋਣ ਲੱਗ ਜਾਏਗਾ, ਇਹ ਹੌਲਾ ਹੋਣ ਲੱਗ ਜਾਏਗਾ, ਉੱਪਰ ਨੂੰ ਚੜ ਜਾਏਗਾ। ਜਨਮ ਜਨਮ ਕੇ ਕਿਲ ਵਿਖ ਉਤਰੇ। ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ, ਰਹਿਮਤ ਦੇ ਨਾਲ, ਨਾਮ ਜਪਦਿਆਂ ਦੇ, ਭਜਨ ਬੰਦਗੀ ਕਰਦਿਆਂ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਨੇ ਇਹ ਧੋਤੇ ਜਾਂਦੇ ਨੇ, ਲਹਿ ਜਾਂਦੇ ਨੇ। ਸੰਤ ਧੂਰੀ ਨਿਤ ਨਾਪੈ ਰਾਮ। ਸੰਤ ਸਰੂਪ ਧੰਨ ਗੁਰੂ ਮਹਾਰਾਜ ਦੀ ਬਾਣੀ ਹੈ, ਹਰ ਸੰਤ ਧੂਰੀ। ਤੇ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਚਰਨ ਧੂੜ ਹੈ ਨਾ, ਉਹ ਇਹਦੇ ਅੰਦਰ ਜੋ ਗਿਆਨ ਸਿੱਖਿਆ ਉਹ ਹੈ, ਨਾਮ ਦੀ ਵਡਿਆਈ ਹੈ। ਇਸ ਦੇ ਨਾਲ ਇਸ਼ਨਾਨ ਹੁੰਦਾ ਮਨ ਦਾ। ਸਰੀਰ ਦਾ ਇਸ਼ਨਾਨ ਹੈ ਜਿਹੜਾ ਉਹ ਜਲ ਨਾਲ ਹੁੰਦਾ ਹੈ। ਮਨ ਦਾ ਇਸ਼ਨਾਨ ਨੇ ਜਿਹੜਾ ਉਹ ਬਾਣੀ ਦੇ ਨਾਲ, ਨਾਮ ਦੇ ਨਾਲ, ਗੁਰੂ ਦੀ ਵਡਿਆਈ ਦੇ ਨਾਲ ਹੁੰਦਾ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਹਰ ਸੰਤ ਧੂਰੀ ਨਿਤ ਨਾਪੈ ਰਾਮ। ਜਦੋਂ ਅਸੀਂ ਨਿਤਾ ਪ੍ਰਤੀ ਇਸ ਮਨ ਨੂੰ ਧੰਨ ਗੁਰੂ ਮਹਾਰਾਜ ਜੀ ਦੇ ਗਿਆਨ ਉਪਦੇਸ਼ ਦੇ ਨਾਲ ਇਸ਼ਨਾਨ ਕਰਵਾਵਾਂਗੇ ਤੇ ਫਿਰ ਇਹ ਮਨ ਜਿਹੜਾ ਹੌਲੀ ਹੌਲੀ ਇਸ ਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਗੁਨਾਹ ਪਾਪ ਨੇ ਉਤਰ ਜਾਣਗੇ ਜੀ। ਹਰ ਧੂੜੀ ਨਹਾਈਐ ਪ੍ਰਭੂ ਧਿਆਈਐ, ਬਹੁੜ ਜੋਣ ਨਾ ਆਈਐ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਕਿਰਪਾ ਕੀਤੀ ਹੈ। ਅਗਲੀ ਤੁਕ ਦੇ ਵਿੱਚ ਸਾਡੀ ਸ਼ੰਕਾ ਭਰਮ ਨੇ ਜਿਹੜਾ ਉਹ ਵੀ ਦੂਰ ਕਰ ਦਿੱਤਾ ਹੈ ਵੀ ਕਿਤੇ ਅਸੀਂ ਇਹ ਨਾ ਸਮਝ ਲਈਏ ਵੀ ਗੁਰੂ ਦੇ ਚਰਨਾਂ ਦੀ ਧੂੜ ਜਿਹੜੀ, ਸੱਚੇ ਸਤਿਗੁਰ ਦੇ ਚਰਨਾਂ ਦੀ ਜਿਹੜੀ ਧੂੜ ਹੈ ਉਹ ਕਿਤੇ ਕੋਈ ਹੋਰ ਵੱਖਰੀ ਹੈ। ਗੁਰੂ ਜੀ ਕਹਿੰਦੇ ਨੇ ਨਹੀਂ, ਹਰ ਧੂੜੀ ਨਹਾਈਏ, ਹਰੀ ਪਰਮਾਤਮਾ ਦੇ ਚਰਨਾਂ ਦੀ ਧੂੜੀ ਦੇ ਵਿੱਚ ਨਹਾਣਾ ਕਰੀਏ। ਤੇ ਧੂੜੀ ਕਿਹੜੀ ਹੈ? ਪ੍ਰਭੂ ਧਿਆਈਏ, ਉਹਦਾ ਸਿਮਰਨ ਕਰਨਾ, ਬਸ ਇਹੀ ਧੂੜੀ ਹੈ। ਇਹ ਉਹ ਧੂੜ ਹੈ ਨਾਮ ਦੀ ਜੋ ਸਾਡੇ ਮਨ ਦੇ ਨਾਲ ਧਿਆਉਂਦਿਆਂ, ਜਪਦਿਆਂ, ਸਿਮਰਨ ਕਰਦਿਆਂ ਮਨੁੱਖ ਦਾ ਮਨ ਜਿਹੜਾ ਇਤਨਾ ਪਵਿੱਤਰ ਹੋ ਜਾਂਦਾ ਹੈ ਕਿ ਬੋੜ ਜੋਨ ਨਾ ਆਈਏ, ਦੁਬਾਰਾ ਉਹਨੂੰ ਜੰਮਣ ਮਰਨ ਵਾਲੇ ਚੱਕਰ 'ਚ ਨਹੀਂ ਪੈਣਾ ਪੈਂਦਾ ਹੈ ਜੀ। ਗੁਰ ਚਰਨੀ ਲਾਗੇ ਭਰਮ ਭਉ ਭਾਗੇ, ਮਨ ਚਿੰਧਿਆ ਫਲ ਪਾਈਐ। ਜਿਹੜਾ ਗੁਰਮੁਖ ਪਿਆਰਾ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ, ਜਿਹੜੇ ਗੁਰਮੁਖ ਪਿਆਰੇ ਦੇ ਅੰਦਰ ਦੀ ਫਿਤਰਤ ਗੁਰੂ ਦੇ ਚਰਨਾਂ ਵਾਲੀ, ਝੁਕਾਓ ਅੰਦਰ ਦਾ ਗੁਰੂ ਦੇ ਚਰਨਾਂ ਵਾਲੇ ਪਾਸੇ ਰਹਿੰਦਾ ਹੈ,
ਉਹਨੂੰ ਫਿਰ ਕਿਸੇ ਪ੍ਰਕਾਰ ਦਾ ਭਰਮ ਹੈ ਜਿਹੜਾ ਉਸ ਦਾ ਭੈ ਨਹੀਂ ਹੁੰਦਾ। ਭਰਮ ਭਉ ਭਾਗੇ, ਇਹ ਭਰਮ ਹੈ ਜਿਹੜਾ ਇਹ ਮਨੁੱਖ ਦੇ ਅੰਦਰ ਡਰ ਪੈਦਾ ਕਰਦਾ ਹੈ। ਜਿਵੇਂ ਆਪ ਜੀ ਨੂੰ ਵੀ ਥੋੜੀ ਬਹੁਤ ਸੋਝੀ ਹੋਏਗੀ, ਪਰ ਅੱਜ ਕੱਲ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਇਹਨੂੰ ਇਸ ਗੱਲ ਦਾ ਬੜਾ ਗਿਆਨ ਨਹੀਂ। ਕਈ ਨਾ ਇਸ ਤਰ੍ਹਾਂ ਦੇ ਮੈਸੇਜ ਸੈਂਡ ਕਰ ਦਿੰਦੇ ਨੇ, ਭਾਈ ਇਹ ਚੀਜ਼ ਹੈ ਜਿਹੜੀ ਇਹਨੂੰ ਤੁਸੀਂ ਜੇ 100 ਦੇ ਕੋਲ ਭੇਜੋਗੇ ਨਾ ਤੇ ਫਿਰ ਤਾਂ ਤੁਹਾਡਾ ਭਲਾ ਹੋ ਜਾਏਗਾ, ਜੇ 100 ਦੇ ਕੋਲ ਨਾ ਭੇਜੀ ਤੇ ਫਿਰ ਤੁਹਾਡਾ ਭਲਾ ਨਹੀਂ ਹੋਏਗਾ, ਬੁਰਾ ਹੋਏਗਾ। ਇਸ ਤਰ੍ਹਾਂ ਦੇ ਮੈਸੇਜ ਸੈਂਡ ਕਰ ਦਿੰਦੇ ਨੇ। ਹੁਣ ਜਿਨ੍ਹਾਂ ਦੇ ਅੰਦਰ ਭਰਮ ਪੈ ਗਿਆ ਉਹ ਡਰ ਗਏ ਨੂੰ ਫਿਰ 100 ਕੋਲ ਭੇਜਣਗੇ, ਤੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਕਿਰਪਾ ਰਹਿਮਤ ਹੈ ਉਹ ਅਨੁਸਾਰ ਹੀ ਡਿਲੀਟ ਕਰ ਦਿੰਦੇ ਨੇ। ਕਹਿੰਦੇ ਨੇ ਸਾਡਾ ਗੁਰੂ ਇਹਦੇ ਨਾਲੋਂ ਕਿਤੇ ਤਗੜਾ ਹੈ, ਅਸੀਂ ਇਸ ਚੀਜ਼ ਨੂੰ ਮੰਨਦੇ ਹੀ ਨਹੀਂ। ਇਸ ਤਰ੍ਹਾਂ ਦੇ ਭਰਮ ਨੇ ਜਿਹੜੇ ਇਹ ਸਾਡੇ ਅੰਦਰ ਡਰ ਪੈਦਾ ਕਰਦੇ ਨੇ। ਭਰਮ ਦੇ ਨਾਲ ਡਰ ਪੈਦਾ ਹੁੰਦਾ, ਕਿਤੇ 2 ਇੱਟਾਂ ਰੱਖੀਆਂ ਹੋਈਆਂ ਨੇ, ਵਿੱਚ ਦੀਵਾ ਜਗ ਰਿਹਾ ਨਾ, ਤੇ ਜਿਹੜੇ ਅੰਦਰੋਂ ਭਰਮ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੂੰ ਗੁਰੂ ਦੇ ਉੱਤੇ ਦ੍ਰਿੜਤਾ ਨਹੀਂ, ਭਰੋਸਾ ਨਹੀਂ, ਉਹ ਫਿਰ ਉਸ ਦੀਵੇ ਨੂੰ ਹੀ ਮੱਥਾ ਟੇਕ ਕੇ ਸਿਰ ਝੁਕਾ ਕੇ ਅੱਗੇ ਜਾਣਗੇ ਵੀ ਇਹ ਕਿਤੇ ਸਾਡਾ ਕੋਈ ਨੁਕਸਾਨ ਨਾ ਕਰਦੇ, ਕਿਉਂਕਿ ਭਰਮ ਦੇ ਨਾਲ ਭਉ ਹੋ ਗਿਆ ਹੈ। ਭਰਮ ਤੇ ਭਉ, ਪਹਿਲੋਂ ਭਰਮ ਪੈਦਾ ਹੋਏਗਾ ਫਿਰ ਡਰ ਹੋਏਗਾ। ਆ ਪੁਰਾਤਨ ਸਮੇਂ ਤੋਂ ਸਾਡੇ ਅੰਦਰ ਭਰਮ ਪਾਇਆ ਗਿਆ ਹੈ ਵੀ ਜੇ ਤੁਸੀਂ ਮੰਗਲਵਾਰ ਕੇਸ਼ੀ ਇਸ਼ਨਾਨ ਕਰ ਲਿਆ ਨਾ ਤੇ ਆ ਹੋ ਜਾਏਗਾ। ਕਈਆਂ ਜੰਤਰੀਆਂ ਦੇ ਵਿੱਚ ਵੀ ਦਾਸ ਨੇ ਪੜ੍ਹਿਆ ਇਸ ਤਰ੍ਹਾਂ ਦਾ। ਇੱਕ ਜੰਤਰੀ ਸੀ, ਉਹਦੇ 'ਚ ਲਿਖਿਆ ਹੋਇਆ ਸੀ ਵੀ ਬੁੱਧਵਾਰ ਕੇਸ਼ੀ ਇਸ਼ਨਾਨ ਕਰੋ, ਘਰੇ ਧਨ ਦੌਲਤ ਦੇ ਢੇਰ ਲੱਗ ਜਾਣਗੇ। ਤੇ ਮੇਰੇ ਤੋਂ ਨਾ ਰਿਹਾ ਗਿਆ, ਮੈਂ ਫਿਰ ਉਹਨਾਂ ਦਾ ਨੰਬਰ ਵੇਖ ਕੇ ਫੋਨ ਕੀਤਾ। ਮੈਂ ਕਿਹਾ ਗੁਰਮੁਖ ਪਿਆਰਿਆ, ਫਿਰ ਦੁਕਾਨਦਾਰੀ ਜਿਹੜੀ ਇਹ ਛੱਡ ਦੇ, ਤੂੰ ਕਾਹਦੇ ਲਈ ਜੰਤਰੀਆਂ ਵੇਚਦਾ ਫਿਰਦਾ, ਦੁਕਾਨ ਕਾਹਦੇ ਲਈ, ਤੂੰ ਬੁੱਧਵਾਰ ਕੇਸ਼ੀ ਇਸ਼ਨਾਨ ਕਰ ਲਿਆ ਕਰ, ਆਪੀ ਧਨ ਦੌਲਤ ਆ ਜਾਏਗੀ ਤੇਰੇ ਕੋਲੇ। ਸੋ ਇਸ ਤਰ੍ਹਾਂ ਦੇ ਭਰਮ ਨੇ ਜਿਹੜੇ ਭਰਮ ਦੇ ਵਿੱਚ ਸਾਨੂੰ ਪਾ ਕੇ ਤੇ ਪੁੱਠੇ ਕੰਮ ਜਿਹੜੇ ਨੇ ਉਹ ਕਰਾਏ ਜਾਂਦੇ ਨੇ, ਕਿਉਂਕਿ ਸਾਡੇ ਅੰਦਰ ਡਰ ਬਣ ਜਾਂਦਾ ਹੈ। ਗੁਰੂ ਜੀ ਰਹਿਮਤ ਕਰਦੇ ਨੇ ਜਿਨ੍ਹਾਂ ਤੇ ਸੱਚੇ ਸਤਿਗੁਰ ਦੀ ਕਿਰਪਾ ਹੋ ਗਈ, ਗੁਰ ਚਰਨੀ ਲਾਗੇ, ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਮਨ ਨੂੰ ਜੋੜ ਲੈਂਦਾ ਹੈ। ਭਰਮ ਭਉ ਭਾਗੇ, ਉਹਨਾਂ ਦੇ ਅੰਦਰ ਦੇ ਵਹਿਮ ਭਰਮ ਨੇ ਜਿਹੜੇ ਭੱਜ ਜਾਂਦੇ ਨੇ। ਮਨ ਚਿੰਦਿਆ ਫਲ ਪਾਈਏ। ਹੁਣ ਮਨ ਇੱਛਤ ਫਲ ਕੀਏ। ਮਨ ਚਿੰਦਿਆ, ਚਿੰਦਿਆ ਦਾ ਅਰਥ ਹੁੰਦਾ ਇੱਛਤ, ਜੋ ਮਨ ਦੇ ਵਿੱਚ ਸਾਡੇ ਚੱਲ ਰਹੀ ਹੈ। ਅਸਲ ਵਿੱਚ ਇਹੀ ਝੁਕਾਅ ਹੈ ਜੋ ਸਾਡੇ ਮਨ ਦੇ ਵਿੱਚ ਚੱਲ ਰਿਹਾ ਹੈ। ਸਾਡੇ ਮਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੈ ਜਿਹੜੀ ਉਹ ਚੱਲ ਰਹੀ ਹੈ। ਸਾਡਾ ਮਨ ਉਧਰ ਝੁਕਿਆ ਤੇ ਗੁਰੂ ਜੀ ਰਹਿਮਤ ਕਰਨਗੇ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ। ਹਰ ਗੁਣ ਨਿਤ ਗਾਏ, ਨਾਮ ਧਿਆਏ, ਫਿਰ ਸੋਗ ਨਾਹੀ ਸੰਤਾਪੈ। ਜਦੋਂ ਅਸੀਂ ਹਰ ਰੋਜ਼ ਹਰੀ ਪਰਮਾਤਮਾ ਦੇ ਗੁਣ ਗਾਵਾਂਗੇ, ਉਸ ਦੇ ਨਾਮ ਨੂੰ ਜਪਾਂਗੇ, ਧਿਆਵਾਂਗੇ, ਫਿਰ ਕਿਸੇ ਪ੍ਰਕਾਰ ਦਾ ਸੋਗ ਦਾ ਅਰਥ ਹੁੰਦਾ ਗਮਗੀਰ ਹੋ ਜਾਣਾ। ਗਮ ਦੇ ਕੋਈ ਨਾ ਕੋਈ ਘਰ ਦੇ ਵਿੱਚ ਗਮੀ, ਸਰੀਰ ਦੇ ਵਿੱਚ ਕੋਈ ਗਮੀ ਆ ਜਾਣੀ। ਸੰਤਾਪੇ, ਇਹ ਦੂਜਿਆਂ ਤੋਂ ਪੈਦਾ ਹੁੰਦਾ ਹੈ। ਸੰਤਾਪ ਹੈ ਨਾ ਜਿਹੜਾ, ਸੰਤਾਪ, ਤਾਪ ਦਾ ਅਰਥ ਹੁੰਦਾ ਤਪਾਉਣਾ, ਤੇ ਸੰਗ ਦਾ ਅਰਥ ਹੈ ਸੰਗੀ। ਕੋਈ ਸੰਗੀ ਹੋਵੇ ਤੇ ਉਹ ਸਾਨੂੰ ਤਪਾਉਣ ਲੱਗ ਜਾਵੇ, ਜਾਂ ਕਿਸੇ ਸੰਗੀ ਦੀ ਵਜ੍ਹਾ ਦੇ ਨਾਲ ਸਾਡਾ ਮਨ ਜਿਹੜਾ ਉਹ ਤਪਣ ਲੱਗ ਜਾਵੇ, ਇਸ ਨੂੰ ਸੰਤਾਪ ਆਖਿਆ ਜਾਂਦਾ। ਇਹਨੂੰ ਫਿਰ ਇਸ ਤਰ੍ਹਾਂ ਸਮਝਿਆ ਜਾਂਦਾ ਹੈ, ਅਸੀਂ ਬੱਚੀ ਜਾਂ ਬੱਚੇ ਦਾ ਵਿਆਹ ਕੀਤਾ ਹੈ, ਉਹ ਵਿਆਹ ਜਿਹੜਾ ਉਹ ਦੋਹਾਂ ਦੇ ਵਿੱਚ ਰਾਸ ਨਹੀਂ ਆਇਆ, ਕਿਉਂਕਿ ਦਾਸ ਬੇਨਤੀ ਕਰਦਾ ਹੁੰਦਾ ਸੀ ਆਪਣੀ ਸੰਤਾਨ ਨੂੰ ਨਾ ਪੈਸੇ ਦੇ ਨਾਲ ਜਿਹੜਾ ਸੁੱਖ ਮਿਲਦਾ ਉਹ ਦੇ ਸਕਦੇ ਆ, ਜਿਹੜਾ ਉਸ ਪਰਮਾਤਮਾ ਨੇ ਕਰਮਾਂ ਦੇ ਵਿੱਚ ਦੁੱਖ ਲਿਖਿਆ ਨਾ, ਉਹਨੂੰ ਪੈਸੇ ਦੇ ਨਾਲ ਸੁੱਖ ਦੇ ਵਿੱਚ ਨਹੀਂ ਬਦਲਿਆ ਜਾ ਸਕਦਾ। ਅਸੀਂ ਬੱਚੇ ਨੂੰ ਸੁੱਖ ਦੇ ਸਕਦੇ ਹਾਂ, ਮੋਟਰਸਾਈਕਲ ਲੈ ਕੇ ਦੇ ਦਿੱਤਾ, ਤੇ ਹੁਣ ਬੱਚੇ ਦੇ ਕਰਮਾਂ ਦੇ ਵਿੱਚ ਜੇ ਉਹ ਸੁੱਖ ਹੀ ਨਹੀਂ ਭੋਗਣਾ ਤੇ ਫਿਰ ਭਾਈ ਉਹਨੂੰ ਚਲਾਣਾ ਹੀ ਨਹੀਂ ਆਏਗਾ। ਬੱਚੀ ਦਾ ਅਸੀਂ ਵਿਆਹ ਕਰ ਦਿੱਤਾ, ਬੜਾ ਖਰਚਾ ਲਾਇਆ, ਬੜਾ ਵੱਡਾ ਘਰ ਲੱਭਿਆ, ਪਰ ਪਤਨੀ ਦਾ ਸੁੱਖ ਹੀ ਨਹੀਂ ਤੇ ਉਹਨਾਂ ਦੀ ਆਪਸ ਵਿੱਚ ਬਣੇਗੀ ਨਹੀਂ, ਫਿਰ ਸੰਤਾਪ ਹੋ ਗਿਆ ਨਾ, ਇਸ ਤਰ੍ਹਾਂ ਦੁੱਖ ਹੋ ਗਿਆ। ਹਰ ਗੁਣ ਨਿਤ ਗਾਏ, ਨਾਮ ਤੇ ਗੁਰੂ ਜੀ ਰਹਿਮਤ ਕਰਦੇ ਨੇ। ਫਿਰ ਇਹਨਾਂ ਤੋਂ ਬਚਿਆ ਕਿਵੇਂ ਜਾਵੇ? ਹੈ ਸਾਡੇ ਪਾਪਾਂ ਦਾ ਫਲ, ਤੇ ਪਾਪ ਜਾਣੇ ਅਣਜਾਣੇ ਝੋ ਗਏ ਨੇ, ਹੁਣ ਗਿਆਨ ਆ ਗਿਆ, ਬਚਿਆ ਕਿਵੇਂ ਜਾਵੇ? ਨੂੰ ਧਿਆਵਾਂਗੇ, ਫਿਰ ਗੁਰੂ ਜੀ ਕਿਰਪਾ ਕਰਦੇ ਨੇ। ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਸੋਗ ਨਹੀਂ ਹੁੰਦਾ, ਗਮੀ ਨਹੀਂ ਹੁੰਦੀ, ਤੇ ਨਾ ਹੀ ਕੋਈ ਸੰਤਾਪ ਹੁੰਦਾ ਹੈ ਜੀ। ਨਾਨਕ ਸੋ ਪ੍ਰਭ ਜੀ ਕਾ ਦਾਤਾ, ਪੂਰਾ ਜਿਸ ਪ੍ਰਤਾਪੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਹ ਪ੍ਰਭੂ ਪਰਮਾਤਮਾ ਸਾਡਾ ਜੀ ਹੈ ਨਾ ਜਿਹੜਾ, ਇਹਦਾ ਦਾਤਾ ਹੈ। ਇੱਥੇ ਦਾਤਾ ਦਾ ਅਰਥ ਹੈ ਮਾਲਕ, ਕਿਉਂਕਿ ਮਾਲਕ ਹੈ ਜਿਹੜਾ ਉਹ ਦਾਤਾਂ ਦਿੰਦਾ ਹੈ।
ਦਾਤਾ ਦਾ ਅਰਥ ਹੁੰਦਾ ਦਾਤਾਂ ਦੇਣ ਵਾਲਾ। ਨਾਨਕ ਸੋ ਪ੍ਰਭ ਜੀ ਕਾ ਦਾਤਾ। ਉਹ ਪ੍ਰਭੂ ਪਰਮਾਤਮਾ ਸਾਡੀ ਜੀ ਦਾ ਦਾਤਾ, ਇਹਨੂੰ ਦਾਤਾਂ ਦੇ ਰਿਹਾ ਹੈ ਤੇ ਪੂਰਾ ਹੈ। ਜਿਸ ਪ੍ਰਤਾਪੇ ਦਾ ਪ੍ਰਤਾਪ ਪੂਰਾ ਹੈ, ਭਾਵ ਇਹਦੀ ਦਿੱਤੀ ਹੋਈ ਦਾਤ ਨੂੰ ਨਾ ਕੋਈ ਹੋਰ ਰੋਕ ਨਹੀਂ ਸਕਦਾ। ਜਦੋਂ ਦਾਤ ਉਸ ਵਾਹਿਗੁਰੂ ਨੇ ਸਾਨੂੰ ਦੇ ਦਿੱਤੀ ਨਾ, ਤੇ ਫਿਰ ਉਸ ਦੀ ਦਿੱਤੀ ਹੋਈ ਦਾਤ ਨੂੰ ਉਸ ਦੇ ਪ੍ਰਤਾਪ ਦਾ ਸਦਕਾ, ਉਸ ਦੇ ਤੇਜ ਤਪ ਦਾ ਸਦਕਾ ਕੋਈ ਰੋਕ ਨਹੀਂ ਸਕਦਾ ਹੈ ਜੀ। ਹਰ ਹਰੀ ਹਰ ਗੁਣ ਨਿਤੇ, ਹਰ ਸੰਤਨ ਕੈ ਵਸਿਆਈ ਰਾਮ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਿਵੇਂ ਕਰਨਾ ਹੈ। ਹਰ ਹਰੇ ਹਰ ਗੁਣ ਨਿਧੇ, ਹਰ ਹਰੇ ਵਾਹਿਗੁਰੂ ਵਾਹਿਗੁਰੂ ਆਖਣਾ ਹੈ, ਜੋ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਸਾਰਿਆਂ ਦੇ ਵਿੱਚ ਆਇਆ ਹੋਇਆ ਹੈ, ਤੇ ਉਸ ਦੇ ਗੁਣ ਨੇ ਜਿਹੜੇ ਉਹ ਸਾਡੀ ਰੂਹ ਨੂੰ ਹਰਿਆ ਭਰਿਆ ਕਰਦੇ ਨੇ। ਗੁਣਾਂ ਦਾ ਖਜ਼ਾਨਾ ਹੈ। ਹਰ ਸੰਤਨ ਕੇ ਵਸ ਆਏ, ਉਹ ਸੰਤਾਂ ਦੇ ਵਸ ਆਉਂਦਾ ਹੈ। ਸੰਤਨ ਕੈ ਵਸ ਹੈ, ਉਹ ਸੰਤਾਂ ਦੇ ਵਸ ਆਉਂਦਾ। ਕਿਵੇਂ? ਪ੍ਰੇਮ ਕਰਕੇ। ਜਦੋਂ ਸੰਤ ਮਹਾਂਪੁਰਸ਼ ਉਸ ਦੇ ਨਾਮ ਨੂੰ ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ ਜਪਦੇ ਨੇ, ਤੇ ਫਿਰ ਉਹ ਸੰਤਾਂ ਦੇ ਵਸ ਰਹਿੰਦਾ ਹੈ ਜੀ। ਸੰਤ ਚਰਨ ਗੁਰ ਸੇਵਾ ਲਾਗੇ, ਤਿਨੀ ਪਰਮ ਪਦ ਪਾਏ ਰਾਮ। ਸੰਤ ਸਰੂਪ ਧੰਨ ਗੁਰਬਾਣੀ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਗੁਰਬਾਣੀ ਪੜ੍ਹਨ ਸੁਣਨ ਵਾਲਿਆਂ ਦੇ ਗੁਰੂ ਦੀ ਰਹਿਮਤ ਕਿਰਪਾ ਬਣੀ ਰਹਿੰਦੀ ਹੈ। ਸੰਤ ਚਰਨ ਗੁਰ ਸੇਵਾ ਲਾਗੇ, ਸੰਤ ਚਰਨ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਸੰਤਾਂ ਦੇ ਚਰਨ ਨੇ ਨਾ ਜਿਹੜੇ, ਤੇ ਗੁਰੂ ਦੀ ਜਿਹੜੀ ਸੇਵਾ ਲਾਗੇ, ਇੱਥੇ ਅਸੀਂ ਲੱਗਣਾ ਕਰੀਏ। ਤਿੰਨੀ ਪਰਮ ਪਦ ਪਾਏ, ਉਹਨਾਂ ਨੇ ਪਰਮ ਪਦਵੀਆਂ ਦੀ ਪ੍ਰਾਪਤੀ ਕਰ ਲਈਏ। ਹੁਣ ਸੰਤ ਕਿੱਥੋਂ ਲੈ ਕੇ ਆਈਏ? ਕਲਯੁਗ ਦਾ ਪ੍ਰਭਾਵ ਹੀ ਇਸ ਤਰ੍ਹਾਂ ਦਾ, ਕਲਯੁਗ ਹੈ ਹੀ ਇਸ ਤਰ੍ਹਾਂ ਦਾ। ਜਿਹੜਾ ਕੋਈ ਸੰਤ ਬਣਦਾ 4 ਕੁ ਦਿਨ ਤਾਂ ਚੰਗਾ ਰਹਿੰਦਾ, ਤੇ ਫਿਰ ਬਾਅਦ ਦੇ ਵਿੱਚ ਭਾਈ ਉਹ ਵਿਚਲਿਤ ਹੋ ਜਾਂਦਾ ਹੈ, ਕਿਉਂਕਿ ਕਲਯੁਗ ਜਿਹੜਾ ਉਹਨੂੰ ਆਪਣੇ ਜ਼ੋਰ ਦੇ ਨਾਲ ਪ੍ਰਭਾਵਿਤ ਕਰ ਲੈਂਦਾ ਹੈ। ਹਰ ਹਰੇ ਹਰ ਗੁਣ ਨਿਧੇ, ਹਰ ਸੰਤਨ ਕੇ ਵਸ ਆਇਆ ਰਾਮ। ਉਹ ਪ੍ਰਭੂ ਪਰਮਾਤਮਾ ਸੰਤਾਂ ਦੇ ਵਸ ਹੈ, ਤੇ ਸਾਨੂੰ ਗੁਰੂ ਮਹਾਰਾਜ ਜੀ ਨੇ ਸੰਤ ਗੁਰਬਾਣੀ ਰੂਪ ਦਿੱਤਾ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਪਾਵਨ ਬਾਣੀ ਸੰਤ ਸਰੂਪ ਹੈ। ਸੰਤ ਚਰਨ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲੱਗਣਾ। ਗੁਰ ਸੇਵਾ, ਤੇ ਗੁਰੂ ਗ੍ਰੰਥ ਸਾਹਿਬ ਜੀ ਸੰਤ ਸਰੂਪ ਗੁਰੂ ਨੇ ਸਾਡੇ, ਇਹਨਾਂ ਦੀ ਸੇਵਾ ਕਰਨੀ ਹੈ। ਹੁਣ ਗੁਰੂ ਦੀ ਸੇਵਾ ਕਿਵੇਂ ਕਰਨੀ ਹੈ? ਨਾਮ ਜਪਣਾ ਹੈ, ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਹੈ, ਗੁਰੂ ਜੀ ਦੀਆਂ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਹੈ। ਇਹ ਗੁਰੂ ਦੇ ਚਰਨਾਂ ਦੇ ਨਾਲ ਲੱਗਣਾ ਹੈ, ਗੁਰੂ ਦੀ ਸੇਵਾ ਹੈ। ਤਿੰਨੀ ਪਰਮ ਪਦ ਪਾਏ ਰਾਮ। ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਆਸਰਾ ਲੈ ਲਿਆ ਨਾ, ਉਹਨਾਂ ਨੇ ਪਰਮ ਪਦਵੀਆਂ ਦੀ ਪ੍ਰਾਪਤੀ ਕਰ ਲਈ ਹੈ ਜੀ। ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਧਾਰੀ। ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਏ, ਆਪ ਮਟਾਇਆ, ਤੇ ਇਹਦੀ ਨਿਸ਼ਾਨੀ ਹੈ ਆਪਾ ਖਤਮ ਹੋ ਜਾਂਦਾ ਹੈ। ਫਿਰ ਆਪਾ ਨਹੀਂ ਰਹਿੰਦਾ। ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੇ ਰਹਾ ਨਾ ਹੂੰ। ਭਗਤ ਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਵਾਹਿਗੁਰੂ ਪਹਿਲੋਂ ਤਾਂ ਮੈਂ ਤੈਨੂੰ ਨਾ ਯਾਦ ਕਰਦਾ ਰਿਹਾ, ਤੈਨੂੰ ਕਰਕੇ, ਤੇ ਯਾਦ ਕਰਦਿਆਂ ਨਾ ਫਿਰ ਤੇਰੀ ਇਸ ਤਰ੍ਹਾਂ ਦੀ ਕਿਰਪਾ ਹੋ ਗਈ, ਜਿਹੜੀ ਮੇਰੇ ਤੇ ਤੇਰੇ ਵਿੱਚ ਤੂੰ ਦੇ ਵਾਲੀ ਵਿਥੀ ਸੀ ਨਾ, ਇਹ ਵਿਥੀ ਹੈ। ਤੂੰ ਤੇ ਮੈਂ ਹੈ ਨਾ ਜਿਹੜਾ, ਇੱਕ ਵਿਥੀ ਹੈ, ਇਹ ਵਿਥੀ ਦੂਰ ਹੋ ਗਈ। ਇਸ ਦੇ ਅੰਦਰ ਗੁਰੂ ਜੀ ਨੇ ਦੱਸਿਆ ਵੀ ਜਿਹੜੀ ਤੂੰ ਤੇ ਹੂੰ ਮੈਂ ਵਾਲੀ ਵਿਥੀ ਹੈ ਨਾ, ਇਹ ਖਤਮ ਹੋ ਗਈ। ਇਹ ਆਪਾ ਭਾਵੇ ਜਿਹੜਾ ਹੁਣ ਖਤਮ ਹੋ ਗਿਆ ਹੈ। ਪਰਮ ਪਦ ਪਾਇਆ। ਪਰਮ ਪਦਵੀ ਕਿਹੜੀ ਹੈ ਜਿਹੜੀ ਅਸੀਂ ਨਾਮ ਜਪ ਕੇ ਸਿਮਰਨ ਕਰਕੇ ਪ੍ਰਾਪਤ ਕਰਨੀ? ਉਹ ਪਰਮ ਪਦਵੀ ਇਹ ਹੈ ਕਿ ਅਸੀਂ ਆਪਣੇ ਅੰਦਰੋਂ ਜਿਹੜੀ ਤੂੰ ਤੇ ਮੈਂ ਵਾਲੀ ਵਿੱਥ ਹੈ ਨਾ, ਇਹ ਖਤਮ ਕਰਨੀ। ਹੁਣ ਤੂੰ ਤੇ ਮੈਂ ਵਾਲੀ ਵਿੱਥ ਕਿਹੜੀ ਹੈ ਤੇ ਕਿਵੇਂ ਖਤਮ ਹੋਏਗੀ? ਇਹ ਉਦੋਂ ਖਤਮ ਹੋਏਗੀ ਜਦੋਂ ਅੰਦਰੋਂ ਆਪਾ ਭਾਵ ਖਤਮ ਹੋ ਗਿਆ। ਤੇ ਆਪਾ ਭਾਵ ਹੈ ਜਿਹੜਾ, ਇਹ ਇੱਕ ਪ੍ਰਕਾਰ ਦਾ ਸੂਖਮ ਰੂਪ ਦੇ ਵਿੱਚ ਹੰਕਾਰ ਹੈ, ਹੰਗਤਾ ਹੈ ਸੂਖਮ ਰੂਪ ਦੇ ਵਿੱਚ। ਇਹ ਸੂਖਮ ਰੂਪ ਦੀ ਜਿਹੜੀ ਹੰਗਤਾ ਹੈ, ਇਹ ਸਾਡੀ ਵਿੱਥ ਜਿਹੜੀ ਉਸ ਪ੍ਰਭੂ ਪਰਮਾਤਮਾ ਦੇ ਨਾਲ ਪਾ ਦਿੰਦੀ ਹੈ। ਇਹਦੇ ਨਾਲ ਸਾਡੇ ਅੰਦਰ ਦੀ ਜਿਹੜੀ ਦੂਰੀ ਹੈ ਨਾ, ਉਹ ਬਣੀ ਰਹਿੰਦੀ ਹੈ। ਇਹ ਜਦੋਂ ਮਿਟ ਗਈ ਤੇ ਫਿਰ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ। ਹਰ ਪੂਰਨ ਕਿਰਪਾ ਧਾਰੀ, ਇਹ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੈ। ਇਹ ਮਨੁੱਖ ਦੇ ਅੰਦਰੋਂ ਕਈ ਵਾਰੀ ਨਾ ਸੁਭਾਵਿਕ ਹੀ ਇਹ ਵਚਨ ਨਿਕਲ ਜਾਂਦੇ ਨੇ ਵੀ ਗੁਰੂ ਕਿਰਪਾ ਕਰਨ ਵਾਲਾ ਹੈ, ਪਰਮਾਤਮਾ ਕਿਰਪਾ ਕਰਨ ਵਾਲਾ ਹੈ, ਪਰ ਉਹ ਕਿਰਪਾ ਕਰਨ ਵਾਲਾ ਪਰਮਾਤਮਾ ਨੂੰ ਆਖ ਰਿਹਾ ਹੈ। ਅੰਦਰ ਜਿਹੜਾ ਝੁਕਾਅ ਹੈ ਨਾ, ਅੰਦਰ ਜਿਹੜੀ ਫਿਤਰਤ ਬਣੀ ਹੋਈ ਹੈ, ਉਹ ਇਹ ਹੀ ਬਣੀ ਹੈ ਵੀ ਮੈਂ ਇਸ ਤਰ੍ਹਾਂ ਕੀਤਾ ਤੇ ਫਿਰ ਇਸ ਤਰ੍ਹਾਂ ਹੋਇਆ। ਇਹੀ ਆਪਾ ਭਾਵ ਹੈ।
ਅੰਦਰ ਦੀ ਫਿਤਰਤ ਤੇ ਜਿਹੜੀ ਅੰਦਰ ਦਾ ਜਿਹੜਾ ਝੁਕਾਅ ਹੈ, ਅੰਦਰ ਦੇ ਜਿਹੜੇ ਖਿਆਲ ਨੇ ਉਹ ਇਹੀ ਬਣ ਰਹੇ ਨੇ ਵੀ ਜੇ ਮੈਂ ਇਸ ਤਰ੍ਹਾਂ ਨਾ ਕਰਦਾ ਤੇ ਇਸ ਤਰ੍ਹਾਂ ਨਹੀਂ ਸੀ ਹੋਣਾ, ਇਹ ਮੈਂ ਇਸ ਤਰ੍ਹਾਂ ਕੀਤਾ ਤੇ ਤਾਂ ਕਾਮਯਾਬੀ ਮਿਲੀ ਏ। ਪਰ ਜਿਨ੍ਹਾਂ ਦੇ ਅੰਦਰ ਆਪਾ ਭਾਵ ਖਤਮ ਹੋ ਗਿਆ, ਉਹਨਾਂ ਨੇ ਪਰਮ ਪਦਵੀ ਦੀ ਪ੍ਰਾਪਤੀ ਕਰ ਲਈ ਏ। ਤੂੰ ਤੇ ਮੈਂ ਵਾਲੀ ਭਾਵਨਾ ਖਤਮ ਹੋ ਗਈ। ਪੂਰਨ ਕਿਰਪਾ ਧਾਰੀ ਉਹਨਾਂ ਤੇ ਪਰਿਪੂਰਨ ਪਰਮਾਤਮਾ ਦੀ ਵੱਡੀ ਕਿਰਪਾ ਹੋ ਗਈ ਹੈ ਜੀ। ਸਫਲ ਜਨਮ ਹੁਆ ਭਉ ਭਾਗਾ, ਹਰ ਭੇਟਿਆ ਏਕ ਮੁਰਾਰੀ। ਇਹਨਾਂ ਦਾ ਜੀਵਨ ਸਫਲ ਹੋ ਗਿਆ, ਇਹਨਾਂ ਦੇ ਅੰਦਰੋਂ ਹਰ ਪ੍ਰਕਾਰ ਦਾ ਡਰ ਖਤਮ ਹੋ ਗਿਆ। ਇਹਨਾਂ ਨੇ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਸਰੂਪ ਦੀ ਪ੍ਰਾਪਤੀ ਕਰ ਲਈ ਹੈ ਜੀ। ਜਿਸ ਕਾ ਸਾ ਤਿਲ ਹੀ ਮੇਲ ਲਿਆ, ਜੋਤੀ ਜੋਤ ਸਮਾਇਆ। ਜਿਸ ਪ੍ਰਭੂ ਪਰਮਾਤਮਾ ਦੇ ਅਸੀਂ ਹੋਏ ਸਾਂ, ਉਸ ਵਾਹਿਗੁਰੂ ਨੇ ਕਿਰਪਾ ਕੀਤੀ, ਸਾਨੂੰ ਆਪਣੇ ਵਿੱਚ ਅਭੇਦ ਕਰ ਲਿਆ। ਸਾਡੇ ਅੰਦਰ ਦੀ ਪ੍ਰਤੱਖ ਜੋਤ ਨੂੰ ਆਪਣੀ ਅਖੰਡ ਜੋਤ ਦੇ ਵਿੱਚ ਲੀਨ ਕਰ ਲਿਆ ਹੈ ਜੀ। ਨਾਨਕ ਨਾਮ ਨਿਰੰਜਨ ਜਪੀਐ, ਮਿਲ ਸਤਿਗੁਰ ਸੁਖ ਪਾਇਆ। ਤਾਂ ਗੁਰੂ ਜੀ ਰਹਿਮਤ ਕਰਦੇ ਨੇ, ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵਾਹਿਗੁਰੂ ਨਾਮ, ਇਸ ਨੂੰ ਜਪਣਾ ਕਰੀਏ ਜੋ ਕਾਲਕ ਤੋਂ ਰਹਿਤ ਹੈ। ਨਿਰਅੰਜਨ, ਅੰਜਨ ਦਾ ਅਰਥ ਹੁੰਦਾ ਕਾਲਕ, ਨਿਰ ਦਾ ਅਰਥ ਨਹੀਂ, ਜਿਸ ਦੇ ਕਿਸੇ ਪ੍ਰਕਾਰ ਦੀ ਕੋਈ ਕਾਲਖ ਨਹੀਂ। ਸਤਿਗੁਰ ਸੁਖ ਪਾਇਆ, ਇਹ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਸੁਖਾਂ ਦੀ ਪ੍ਰਾਪਤੀ ਹੋਈ ਹੈ ਜੀ। ਗਾਓ ਮੰਗਲੋ ਨਿਤ ਹਰ ਜਣੋ, ਪੁੰਨੀ ਇਛ ਸਵਾਈ ਰਾਮ। ਇਹ ਪਾਵਨ ਪੌੜੀ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਖਰੀ ਪੌੜੀ ਏ ਕਿ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਜਸ ਨੂੰ ਗਾਇਨ ਕਰੀਏ, ਉਸ ਦੀ ਵਡਿਆਈ ਨੂੰ ਗਾਇਨ ਕਰੀਏ, ਕਿਉਂਕਿ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਾਡੇ ਅੰਦਰ ਦੀਆਂ ਸਾਰੀਆਂ ਇਛਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ ਹਨ ਜੀ। ਰੰਗ ਰਤੇ ਆਪਣੇ ਸੁਆਮੀ, ਸੇਤੀ ਮਰੈ ਨ ਆਵੈ ਜਾਈ ਰਾਮ। ਜਿਹੜੇ ਆਪਣੇ ਮਾਲਕ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਨੇ, ਪ੍ਰੇਮ ਰਸ ਦੇ ਨਾਲ ਇੱਕ ਮਿਕ ਹੋ ਗਏ ਨੇ, ਉਹ ਫਿਰ ਜੰਮਣ ਮਰਨ ਦੇ ਵਿੱਚ ਨਹੀਂ ਆਉਂਦੇ ਹਨ ਜੀ। ਅਵਨਾਸੀ ਪਾਇਆ ਨਾਮ ਧਿਆਇਆ, ਸਗਲ ਮਨੋਰਥ ਪਾਏ। ਜਿਨ੍ਹਾਂ ਨੇ ਨਾਸ ਤੋਂ ਰਹਿਤ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਧਿਆ ਲਿਆ, ਜਪ ਲਿਆ, ਸਾਰੇ ਪ੍ਰਕਾਰ ਦੇ ਮਨ ਦੇ ਜਿਹੜੇ ਅਰਥ ਨੇ ਉਹਨਾਂ ਦੇ ਪੂਰੇ ਹੋ ਗਏ ਹਨ, ਮਨ ਦੀਆਂ ਮੰਗਾਂ ਪੂਰੀਆਂ ਹੋ ਗਈਆਂ ਹਨ। ਸਾਤ ਸਹਿਜ ਆਨੰਦ ਕਨੇਰੇ, ਗੁਰ ਚਰਨੀ ਮਨ ਲਾਏ। ਸ਼ਾਂਤੀ ਪ੍ਰਾਪਤ ਹੋ ਗਈ ਹੈ, ਸਹਿਜ ਅਵਸਥਾ ਆ ਗਈ ਹੈ, ਆਨੰਦ ਵੱਜ ਗਿਆ ਹੈ, ਇੱਕ ਪ੍ਰਕਾਰ ਦਾ ਨਹੀਂ ਅਨੇਕ ਪ੍ਰਕਾਰ ਦਾ, ਬਹੁਤ ਜ਼ਿਆਦਾ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਮਨ ਨੂੰ ਜੋੜ ਲਿਆ ਹੈ ਜੀ। ਦੂਰ ਰਹਿਆ ਘਟ ਘਟ ਅਬਨਾਸੀ, ਥਾਨ ਥਨੰਤਰ ਸਾਈ। ਉਹ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਤੇ ਪਰਿਪੂਰਨ ਨੇ, ਨਾਸ ਤੋਂ ਰਹਿਤ ਤੇ ਥਾਨ ਥਨੰਤਰ ਸਾਈ। ਮੇਰਾ ਵਾਹਿਗੁਰੂ ਹਰ ਥਾਂ ਤੇ ਵੇ, ਭਾਵੇਂ ਉਹ ਗੁਪਤ ਤੇ ਭਾਵੇਂ ਪ੍ਰਗਟ ਹੈ ਜੀ। ਕਹੋ ਨਾਨਕ ਕਾਰਜ ਸਗਲੇ ਪੂਰੇ, ਗੁਰ ਚਰਨੀ ਮਨ ਲਾਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਹਨਾਂ ਗੁਰਮੁਖ ਪਿਆਰਿਆਂ ਦੇ ਸਾਰੇ ਪ੍ਰਕਾਰ ਦੇ ਜਿਹੜੇ ਕਾਰਜ ਨੇ ਉਹ ਪੂਰੇ ਹੋ ਗਏ ਨੇ, ਜਿਨ੍ਹਾਂ ਨੇ ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰੱਖੇ। ਸੱਚੇ ਸਤਿਗੁਰ ਦੇ ਅੱਗੇ ਆਓ ਆਪਾਂ ਸਾਰੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਏ ਕਿ ਇਹ ਗੁਰੂ ਮਹਾਰਾਜ ਜੀ ਕਿਰਪਾ ਕਰੋ, ਸਾਡਾ ਮਨ ਵੀ ਆਪ ਜੀ ਦੇ ਚਰਨ